ਤੁਹਾਡਾ ਨਾਮ ਕੀ ਆ, ਕਿੱਥੋਂ ਆਏ ਜੀ ਤੁਸੀਂ? ਹਾਂ ਹਾਂਜੀ ਰਾਤੀ ਮੇਰੇ ਬੇਟੇ ਨੂੰ ਪੋਟੀਆਂ ਦੀ ਪ੍ਰੋਬਲਮ ਬਹੁਤ ਜ਼ਿਆਦਾ ਹੋ ਗਈ ਸੀ। ਹਾਂ, ਹਾਂ ਪ੍ਰੇਅਰ ਕਰਵਾਈ। ਉਸ ਤੋਂ ਬਾਅਦ ਬੇਟਾ ਠੀਕ ਹੋ ਗਿਆ। ਮੈਂ ਵੀ ਆਵਾਜ਼ ਨੋਰਮਲ 1 ਘੰਟਾ ਕਨਵਿਜ ਗੁਰੂ ਪੜ੍ਹਦੀ ਰਹੀ। ਬੇਟਾ ਵੀ ਆਰਾਮ ਨਾਲ ਸੁੱਤਾ ਰਿਹਾ। ਮੈਂ ਵੀ ਸਵੇਰੇ ਮੈਂ ਕਨਵਿਜ ਗੁਰੂ ਪੜ੍ਹਦੀ ਰਹੀ। ਦੂਸਰੀ ਮੇਰੀ ਗਵਾਹੀ ਕਿ 2-3 ਹਫ਼ਤੇ ਹੋ ਗਏ ਮੇਰਾ ਬੇਟਾ ਦੁੱਧ ਨਹੀਂ ਸੀ ਪੀਂਦਾ, ਦੂਸਰਾ ਬੋਤਲ ਵਾਲਾ। ਮੈਂ ਪੱਤੀ ਮਤਲਬ ਕਿ ਚਾਹ ਦੇ ਵਿੱਚ 2 ਘੁੱਟ ਵੀ ਪਾ ਦਿੰਦੀ ਸੀ, ਫਿਰ ਵੀ ਸਮੈਲ ਲਾ ਕੇ ਛੱਡ ਦਿੰਦਾ ਸੀ। ਪ੍ਰਭੂ ਦੀ ਇੰਨੀ ਕੁ ਕਿਰਪਾ ਹੋਈ ਕਿ ਮੈਂ ਵਿਸ਼ਾ ਰੱਖ ਕੇ ਪ੍ਰੇਅਰ ਇਹੋ ਕਰਦੀ ਰਹੀ ਕਿ ਪ੍ਰਭੂ ਜੀ ਬੋਤਲ ਵਾਲਾ ਦੁੱਧ ਪੀਣਾ ਸ਼ੁਰੂ ਕਰ ਦੇਵੇ, ਕਿਉਂਕਿ ਮੈਨੂੰ ਬਹੁਤ ਜ਼ਿਆਦਾ ਤੰਗ ਕਰਦਾ ਹੁੰਦਾ ਸੀ। ਮੇਰਾ ਬਰਸ਼ ਕਰਨਾ ਵੀ ਆਰਾਮ ਕਰ ਦੇਣਾ, ਸੌਣਾ ਵੀ। ਸਵੇਰ ਨੂੰ ਜੇ ਮੈਂ ਨਹਾਉਂਦੀ ਤਾਂ ਵੀ, ਜੇ ਰੋਟੀ ਖਾਣੀ ਤਾਂ ਵੀ ਕਹਿੰਦਾ ਮੰਮੀ ਦੁੱਧ ਰੋਟੀ ਚੁੱਕ ਕੇ ਪਰੇ ਰੱਖ ਦੇ, ਚਾਹ ਵੀ ਨਹੀਂ ਮਮਾ ਦੁੱਧ ਚਾਹ ਆਪਣੀ ਪਰੇ ਚੁੱਕ ਕੇ ਰੱਖ ਦੇ, ਮੈਨੂੰ ਆਪਣਾ ਦੁੱਧ ਪਿਆ ਦੇ। ਤੇ ਮੈਂ ਇੰਨੇ ਕੁ ਪ੍ਰਭੂ ਦਾ ਸ਼ੁਕਰ ਕਰਦੀ ਕਿ ਹੁਣ ਸਵੇਰੇ ਸ਼ਾਮ ਦੁੱਧ ਪੀ ਲੈਂਦਾ ਵਾ। ਮੈਨੂੰ ਘੱਟ ਤੰਗ ਕਰਦਾ ਲੇਕਿਨ ਘੱਟ ਕਰਦਾ, ਰੋਟੀ ਵੀ ਖਾ ਲੈਂਦਾ। ਆਮੀਨ। ਇਹ ਕਿੱਦਾਂ ਹੋਇਆ ਭੈਣ? ਪ੍ਰੇਅਰ ਕਰਨ ਦੇ ਨਾਲ ਵਿਸ਼ਾ ਰੱਖ ਕੇ ਕਰਦੀ ਰਹੀ। ਇਹਨਾਂ ਨੂੰ ਦੱਸੋ ਕਿੱਦਾਂ ਮੈਂ ਕੀਤਾ? ਜਿਹੜੇ ਕੁੱਟਦੇ ਕੱਟਦੇ ਨਿਆਣਿਆਂ ਨੂੰ ਦੇਂਗੜ ਵੀ ਕਈ ਲਾਉਂਦੇ ਹੋਣੇ ਇਹਨਾਂ ਦੇ ਵਿੱਚੋਂ। ਨਹੀਂ, ਮੈਂ ਤੇ ਆਪਣੇ ਹਸਬੈਂਡ ਨੂੰ ਪ੍ਰਭੂ ਦੇ ਹੱਥ 'ਚ ਛੱਡ ਦਿੱਤਾ, ਕਿਉਂਕਿ ਮੇਰੇ ਉਹਦੇ ਨਾਲ ਘੱਟ ਰਿਲੇਸ਼ਨ ਨੇ। ਉਹ ਜ਼ਿਆਦਾ ਮਤਲਬ ਕਿ ਨਹੀਂ ਮੇਰੇ ਨਾਲ ਇਹਨਾਂ ਨੂੰ ਉਹਦਾ ਨਹੀਂ ਹੈਗਾ। ਤੇ ਮੈਨੂੰ ਉਹਦੇ ਹੱਥ ਦਿੱਤਾ ਵੀ ਇਹਨਾਂ ਕਦੀ ਉਹਨੇ ਵੀ ਵਾਪਸ ਇੱਧਰ ਹੀ ਆਉਣਾ। ਯੈਸ ਸਾਨੂੰ ਸਭ ਪਤਾ ਸਾਡੇ ਬਾਰੇ। ਯੈਸ ਕਿੰਨੇ ਲੋਕਾਂ ਨੂੰ ਸਮਝ ਲੱਗੀ ਆ। ਇਹ ਭੈਣ ਕਹਿ ਰਹੀ ਕਿ ਮੇਰਾ ਬੇਟਾ ਜਿਹੜਾ ਦੁੱਧ ਨਹੀਂ ਸੀ ਪੀਂਦਾ, ਮੈਂ 91 ਜ਼ਬੂਰ ਦਾ ਵਿਸ਼ਾ ਪੜ੍ਹਿਆ, ਜਿੱਦਾਂ ਸਾਡੇ ਮੈਨ ਆਫ ਗੋਡ ਜਿਹੜੇ ਖੁਦਾ ਦੇ ਦਾਸ ਸਾਨੂੰ ਸਿਖਾਉਂਦੇ ਆ। ਇਹ ਕਹਿੰਦੇ ਕਿ ਅਸੀਂ ਲਗਾਤਾਰ ਪ੍ਰੇਅਰ ਕਰਨੀ, ਵਿਸ਼ਾ ਪੜ੍ਹਨਾ। ਵਿਸ਼ੇ ਦਾ ਮਤਲਬ ਹੁੰਦਾ, ਸੁਣੋ ਧਿਆਨ ਦੇ, ਵਿਸ਼ੇ ਦੇ ਬਾਰੇ ਕਿੰਨੇ ਲੋਕ ਜਾਣਦੇ? ਤੁਸੀਂ ਸਿਸਟਰ ਆਪਣੀ ਜਗ੍ਹਾ 'ਤੇ ਖੜੇ ਰਹੋ। ਵਿਸ਼ੇ ਦਾ ਮਤਲਬ ਕਿੰਨੇ ਲੋਕ ਜਾਣਦੇ ਆ? ਵਿਸ਼ਾ, ਹੁਣ ਕਈਆਂ ਨੂੰ ਪਤਾ ਨਹੀਂ ਵਿਸ਼ਾ ਕੀ ਹੈ। ਵਿਸ਼ੇ ਦਾ ਮਤਲਬ ਮੇਰੇ ਅਜੀਜ਼ ਸਾਥੀਓ, ਤੁਹਾਡੀ ਕੋਈ ਵੀ ਰੁਕੀ ਕੰਮ ਸਾਲ ਤੋਂ ਰੁਕਿਆ 2 ਸਾਲਾਂ ਦਾ, 12 ਸਾਲਾਂ ਦਾ, 20 ਸਾਲਾਂ ਦਾ, ਇੱਕ ਡਾਇਰੀ ਲੈਣੀ। ਤੁਸੀਂ ਸੁਣੋ, ਸਭ ਧਿਆਨ ਦੇ ਕੇ। ਆ ਡਾਇਰੀ ਲਈ ਇੱਕ ਸਾਈਡ ਤੇ ਤੁਸੀਂ ਪੈਨ ਲੈ ਕੇ ਤੋਂ ਆਪਣੀ ਪ੍ਰੋਬਲਮ ਨੂੰ ਲਿਖ ਦੇਣਾ, ਠੀਕ ਆ? ਸਮਝ ਲੱਗ ਗਈ? ਤੁਹਾਡੇ ਕੋਲ ਬੇਬੀ ਨਹੀਂ ਲਿਖ ਲੈਣਾ, ਤੁਹਾਡੇ ਕੋਲ ਘਰ ਨਹੀਂ ਲਿਖ ਲੈਣਾ, ਤੁਹਾਡਾ ਕੋਈ ਕੇਸ ਚੱਲਦਾ ਲਿਖ ਲੈਣਾ। ਮਤਲਬ ਕਿ ਜੋ ਵੀ ਤੁਹਾਡੇ ਮਨ ਦੇ ਵਿੱਚ ਹੈ ਕਿ ਮੇਰੇ ਆਹ ਕੰਮ ਤੇ ਪ੍ਰਭੂ ਹੋ ਨਹੀਂ ਰਹੇ। ਸਮਝ ਲੱਗੀ? ਉਸ ਤੋਂ ਬਾਅਦ ਤੁਸੀਂ ਵਿਸ਼ਾ ਲੈ ਕੇ ਇੱਕ ਸਾਈਡ ਤੇ ਫਿਰ ਲਿਖਣਾ। ਸਭ ਤੋਂ ਪਹਿਲਾਂ ਮੱਤੀ 18 ਦੀ 18, ਠੀਕ ਆ? ਪਹਿਲੇ ਮੱਥਾ ਟੇਕਣਾ, ਫਿਰ ਉਹ ਬੋਲ ਕੇ ਪਹਿਲੇ ਧੰਨਵਾਦ ਕਰਨਾ। ਨਹੀਂ ਵੀ ਤਾਂ ਉਹਦਾ ਮੰਗਣਾ ਸ਼ੁਰੂ ਕਰ ਦੇਣਾ। ਪਹਿਲੇ ਕਹਿਣਾ ਪ੍ਰਭੂ ਮੈਨੂੰ ਮਾफ़ ਕਰ, ਮੇਰੇ ਉੱਤੇ ਦਇਆ ਕਰ, ਮੇਰੇ ਜੀਵਨ 'ਚ ਪ੍ਰਭੂ ਸਭ ਤੋਂ ਪਹਿਲੇ ਹੋਵੇ ਜੋ ਤੇਰੀ ਮਰਜ਼ੀ ਆ। ਸੁਣਦੇ ਕਿ ਨਹੀਂ? ਮੈਂ ਵਿਸ਼ੇ ਬਾਰੇ ਦੱਸ ਰਿਹਾ। ਹੁਣ ਕਈਆਂ ਨੂੰ 5 ਸਾਲਾਂ ਤੋਂ ਸਿਖਾਉਂਦੇ ਤੇ ਕਈਆਂ ਨੂੰ ਨਹੀਂ ਪਤਾ, ਅਜੇ ਵੀ ਨਹੀਂ ਪਤਾ ਵਿਸ਼ਾ ਕੀ ਹੁੰਦਾ, ਵਿਸ਼ੇ ਦਾ ਮਤਲਬ ਕੀ। ਵਿਸ਼ੇ ਦਾ ਮਤਲਬ ਵੀ ਕੋਈ ਵੀ ਤੁਹਾਡਾ ਕੰਮ, ਤੁਹਾਡੀ ਬੇਟੀ ਦਾ ਰਿਸ਼ਤਾ ਨਹੀਂ ਹੁੰਦਾ, ਤੁਹਾਡੇ ਘਰ ਨਹੀਂ ਬਣਦੇ, ਤੁਹਾਡੀ ਬਿਮਾਰੀ ਤੁਹਾਨੂੰ ਛੱਡ ਕੇ ਨਹੀਂ ਜਾ ਰਹੀ। ਇਹ ਪਰਸਨਲ ਪ੍ਰੇਅਰ ਤੁਸੀਂ 12 ਤੋਂ 2 ਦੇ ਵਿੱਚ ਕਰਨੀ ਆ। ਜਦੋਂ ਸਾਰੇ ਲੋਕ ਕੀ ਹੁੰਦੇ ਆ, ਆਰਾਮ ਕਰਨ ਦਿੰਦੇ ਆ, ਉਦੋਂ ਤੁਸੀਂ ਰੋਜ਼ ਹੀ ਮਿਹਨਤ ਕਰਨੀ ਆ। ਤਾਂ ਫਿਰ ਵੇਖੋ ਤੁਸੀਂ ਆਪ ਹੀ ਕਹੋਗੇ ਇਹ ਕੰਮ ਹੋ ਚੁੱਕਾ ਵਾ। ਇਹ ਭੈਣ ਨੇ ਕੀ ਬੋਲਿਆ ਕਿ ਮੇਰਾ ਬੱਚਾ ਪਾਣੀ ਮਤਲਬ ਕਿ ਦੁੱਧ ਨਹੀਂ ਸੀ ਪੀਂਦਾ, ਛੱਡ ਦਿੰਦਾ ਸੀ। ਜੋ ਖੁਦਾ ਦੇ ਦਾਸ, ਇਹ ਭੈਣ ਬਹੁਤ ਬੁੱਧੀਮਾਨ ਹੈ। ਮੈਂ ਸਹੀ ਗੱਲ ਇਹਦੀਆਂ ਗੱਲਾਂ ਸੁਣਾ ਮੈਂ ਹੈਰਾਨ ਹੋ ਜਾਂਦਾ ਇਹਦੀਆਂ ਗੱਲਾਂ ਤੋਂ, ਵੀ ਵਾਕਿਆ ਦੇ ਅੰਦਰ ਮੇਰੇ ਵਾਲਾ ਅਸਰ ਹੈਗਾ ਭੈਣ ਦੇ ਅੰਦਰ। ਇਹ ਤੜਕਾ ਕੇ ਮਾਰਦੀ ਮੂੰਹ ਤੇ ਗੱਲ, ਮੈਂ ਬੜੀ ਵਾਰਾਂ ਵੇਖਿਆ ਇਹਨੂੰ। ਇਹ ਭੈਣ ਨੇ ਕਿਤੇ ਬੋਲਣ ਦੀ, ਜਿੱਥੇ ਮਰਜ਼ੀ ਭੱਜ ਲਓ, ਬਾਈਬਲ ਤੇ ਆਪ ਹੀ ਪੜ੍ਹਨੀ ਪੈਣੀ, ਜਿੱਥੇ ਮਰਜ਼ੀ ਭੱਜ ਲਓ, ਰੋਜ਼ਾ ਤੇ ਆਪ ਹੀ ਰੱਖਣਾ ਪੈਣਾ। ਮੈਂ ਕਿਹਾ ਵਾਹ 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 ਵਾਹ, ਕਿਆ ਬਾਤ। ਇੱਦਾਂ ਦੇ ਮੈਨੂੰ ਲੋਕ ਕੀ ਆ, ਸਾਰੇ ਬੋਲੇ ਇੱਦਾਂ ਦੇ ਲੋਕ ਕੀ ਆ? ਪਸੰਦ ਆ, ਪਸੰਦ ਆ। ਚਾਹੀਦੇ ਤੇ ਬੜੇ, ਪਰ ਚਾਹੁਣ ਦੇ ਨਹੀਂ ਨਾਲ ਕੁਝ ਹੁੰਦਾ, ਮਿਹਨਤ ਕਰਨ ਦੇ ਨਾਲ ਹੀ ਸਾਰਾ ਕੁਝ ਹੁੰਦਾ। ਇਹਨੇ ਮਿਹਨਤ ਕੀਤੀ। ਸਭ ਤੋਂ ਪਹਿਲਾਂ ਵੇਖੋ ਇਹ ਭੈਣ ਤੋਂ ਕੀ ਸਿੱਖਿਆ ਪਾਈ ਆ ਕਿ ਇਹਨੇ ਚਰਚ ਵਿੱਚ ਇਹਨੇ ਜਾਤੀ ਹੈ, ਮਸੀਹ ਦੇ ਬਾਰੇ ਨਹੀਂ ਜਾਣਦੀ। ਕਿਉਂ ਭੈਣ, ਤੁਸੀਂ ਪਹਿਲੇ ਮਸੀਹ ਦੇ ਬਾਰੇ ਜਾਣਦੇ ਹੋ? ਸ਼ੁਰੂ ਤੋਂ ਪਰਮੇਸ਼ਵਰ ਨੂੰ ਜਾਣਦੇ? ਤੁਸੀਂ ਕੈਥੋਲਿਕ 'ਚ ਹੋ, ਪਰ ਸਾਡੇ ਵਿੱਚ ਤੇ ਕੈਥੋਲਿਕ ਦੇ ਵਿੱਚ ਬੜਾ ਫਰਕ ਆ। ਇਹ ਚਰਚ ਦੇ ਵਿੱਚ, ਉਹ ਚਰਚ 'ਚ ਫਰਕ, ਕਿਉਂਕਿ ਉਹ ਮਿਸ਼ਨਾਂ ਵਾ, ਪਰ ਇਹ ਆਜ਼ਾਦ ਚਰਚ ਹੈ। ਕਿਉਂਕਿ ਪੈਂਤੀਕੋਸਟਲ ਹੈ, ਕਿਉਂਕਿ ਪੈਂਤੀਕੋਸਟਲ ਜਿਹੜਾ ਜਦੋਂ ਪਤਰਸ ਨੇ ਪ੍ਰਚਾਰ ਕੀਤਾ, ਇਹ ਉਹ ਚਰਚ ਹੈ ਪੈਂਤੀਕੋਸਟਲ। ਇਹ ਸਿਸਟਰ ਵੇਖੋ ਲਗਾਤਾਰ ਚਰਚ ਆਉਂਦੀ ਰਹੀ ਆ। ਹੁਣ ਇਹਨੇ ਕੀ ਬੋਲਿਆ ਕਿ ਮੇਰਾ ਜੀਵਨ ਸਾਥੀ ਵੀ ਬਦਲੇਗਾ, ਕਿਉਂਕਿ ਉਹਨੇ ਫਿਰ ਫਾਈਟ ਹੀ ਕਰਨੀ ਆ। ਇਹਨਾਂ ਨੂੰ ਕੁਛ ਨਹੀਂ ਕਹਿਣਾ। ਤੁਹਾਡੇ 'ਚ ਵੀ ਜਿਹੜੇ ਲੜਦੇ ਨੀਤੂ ਤੇਰੇ ਨਾਲ ਵੀ ਉਹ ਗੱਲ ਕਰਨ ਡਈ। ਸਮਝ ਲੱਗੀ? ਸਭ ਤੋਂ ਪਹਿਲਾਂ ਤੂੰ ਕਿੰਨੇ ਸਾਲਾਂ ਬਾਅਦ ਚਰਚ ਵਿੱਚ ਆਈ ਹੈ? ਪਹਿਲੇ ਮੈਨੂੰ ਇਹ ਦੱਸ। ਤੇਰੀ ਵੀ ਗਵਾਹੀ ਆ ਜਾ ਜਰਾ ਅਗਲੇ ਬੰਨੇ। ਅੱਜ ਤੇਰੀ ਟੈਸਟਮਨੀ ਵੀ ਕਰਾਉਣੀ ਹੈ। ਤੈਨੂੰ ਖੁਦਾ ਨੇ ਕਿੰਨੇ ਸਾਲ ਬਾਅਦ ਬੇਟੀ ਇਹ ਜਗ੍ਹਾ 'ਤੇ ਦਿੱਤੀ। ਦੋਵੇਂ ਜੀ ਆ ਜਾਓ, ਦੋਵੇਂ ਆ ਜਾਓ, ਦੋਵੇਂ ਆ ਜਾਓ, ਆ ਜਾਓ, ਆ ਜਾਓ, ਆ ਜਾਓ। ਔਰ ਇਸ ਸਿਸਟਰ ਤੋਂ ਆਪਾਂ ਕੀ ਸਿੱਖਿਆ ਵਾ? ਇਹ ਭੈਣ ਨੇ ਬੋਲਿਆ ਕਿ ਮੈਂ ਵਿਸ਼ਾ ਰੱਖ ਕੇ ਆਪਣੇ ਬੱਚਿਆਂ ਲਈ ਪ੍ਰੇਅਰ ਕੀਤੀ, ਬੇਟੇ ਲਈ। ਤਾਂ ਉਹਦੀ ਆਦਤ ਜਿਹੜੀ ਖੁਦਾ ਨੇ ਕੀ ਕਰ ਦਿੱਤੀ ਆ। ਪਿਛਲੇ ਵਾਰੀ ਇੱਕ ਸਿਸਟਰ ਨੇ ਗਵਾਹੀ ਦਿੱਤੀ ਨਾ, ਪਤਾ ਨਹੀਂ ਬੱਚਾ ਕੀ ਕਰਦਾ ਸੀ, ਪਤਾ ਨਹੀਂ ਕੀ ਉਹਨੇ ਬੋਲਿਆ ਸੀ, ਪਤਾ ਨਹੀਂ ਬੱਚੇ ਨੂੰ ਕੀ ਪ੍ਰੋਬਲਮ ਸੀ, ਨਹੀਂ ਪਤਾ ਨਹੀਂ ਕੀ ਕੁਛ ਬੱਚਾ ਕਰਦਾ ਸੀ। ਤਾਂ ਉਹਨੇ ਲਗਾਤਾਰ ਪ੍ਰੇਅਰ ਸ਼ੁਰੂ ਕੀਤੀ। ਤਾਂ ਬੱਚੇ ਦੀਆਂ ਆਦਤਾਂ, ਉਹ ਸੱਚ ਗੋਲਟੀ ਦੀ
ਉਹ ਪ੍ਰੀਤ ਨੇ ਕਹਿੰਦੀ ਮੈਂ ਕੰਨ ਵਿੱਚ ਬੂਰ ਪੜਿਆ। ਮੈਂ ਕਿਹਾ ਕੰਨ ਵਿੱਚ ਬੂਰ ਉਹ ਆ ਜਿਹੜਾ ਹਰ ਕੰਮ ਦੀਆਂ ਧੱਜੀਆਂ ਕੀ ਕਰ ਦੇਗਾ। ਤੁਹਾਨੂੰ ਪਤਾ ਫਿਰ ਮਨ 'ਚ ਹਾਲੇਲੂਇਆ ਜਿੰਨੇ ਲੋਕ ਕੰਨ ਵਿੱਚ ਬੂਰ ਪੜਦੇ ਨਾ, ਮੇਰੀ ਧਿਆਨ ਦੇ ਕੇ ਗੱਲ ਸੁਣ ਲਓ, ਉਹਨੇ ਪਤਾ ਕਹਿਣਾ ਤੂੰ ਮਰ ਜਾਣਾ ਹੀ, ਤੇਰਾ ਐਕਸੀਡੈਂਟ ਹੋ ਜਾਣਾ ਹੀ, ਤੈਨੂੰ ਇੱਦਾਂ ਆਣਾ ਹੀ, ਤੈਨੂੰ ਇੱਦਾਂ, ਕਿਉਂਕਿ ਤੁਸੀਂ ਤੰਗ ਕਰਦੇ। ਸ਼ੈਤਾਨ ਨੂੰ ਸਭ ਤੋਂ ਜ਼ਿਆਦਾ ਕੰਨ ਵਿੱਚ ਬੂਰ ਤੋਂ ਨਫ਼ਰਤ ਹੈ। ਜਿਹਨੇ ਲੋਕ ਸੁਣਦੇ ਉਹਨੂੰ ਇੰਨੀਆਂ ਵਰਦੀਆਂ ਤੇ ਭੱਜਦਾ ਅੱਗੇ ਲਾ ਕੇ ਜੋ ਜਿੰਨਾ ਮਰਜ਼ੀ ਜਾਦੂ ਟਾਉਣਾ ਜੋ ਵੀ ਹੈ, ਜੋ ਕੰਨ ਵਿੱਚ ਬੂਰ ਪੜ ਜਾਓ, ਜੇ ਉੱਡਣਾ ਜਾਊ ਬਾਬਾ ਨਾ ਮਰ ਜੂ ਅਗਲੇ ਬੰਨੇ, ਤੇ ਫਿਰ ਕਹਿ ਦਿਓ ਬਾਬਾ ਹੀ ਖਤਮ ਹੋ ਜਾਏਗਾ ਤੁਹਾਡਾ। ਜਿਹੜਾ ਤੁਹਾਨੂੰ ਡਰਾਉਂਦਾ ਨਾ ਮੈਂ ਤੈਨੂੰ ਉਹ ਕਰ ਦੇਣਾ ਫਲਾਣ ਕਰ ਦੇਣਾ, ਜੋ ਵਿਸ਼ਾ ਪੜ੍ਹ ਕੇ ਕੰਨ ਵਿੱਚ ਵੀ ਰੋਜ਼ ਪੜੋ, ਕਿਤੇ ਖਲੋ ਨਹੀਂ ਸਕਦਾ ਬਾਬਾ ਕੀ ਮੈਂ ਕਹੋ ਤੇ ਲੱਭਣਾ ਕੱਖ ਨਹੀਂ ਆ। ਇਸ ਕਰਕੇ ਮੇਰੇ ਭੈਣ ਭਰਾ ਕੰਨ ਵਿੱਚ ਬੂਰ ਜਿਹੜੀਆਂ ਤੁਸੀਂ ਲਿਖਤੀ ਵਚਨ ਦੀਆਂ ਪ੍ਰੇਰਾਂ ਕਰਦੇ ਜੇ। ਮੈਂ ਗੈਰ ਭਾਸ਼ਾ ਬੋਲਦਾ ਵਾਂ, ਮੈਂ ਗੈਰ ਭਾਸ਼ਾ ਬੋਲਦਾ, ਕਦੀ ਮੇਰੇ ਮਨ 'ਚ ਪਤਾ ਕਿਉਂ ਯਾਰ ਗੈਰ ਭਾਸ਼ਾ ਵੀ ਤੂੰ ਬੋਲਦਾ ਤੇ ਕੰਨ ਵਿੱਚ ਬੂਰ, ਪ੍ਰਭੂ ਤਾਂ ਮੈਨੂੰ ਕਿਹੜਾ ਡਰ ਲੱਗੂ ਕਿਤੇ ਪ੍ਰਭੂ ਇਹ ਨਾ ਕਹਦੇ ਵੀ ਗੈਰ ਭਾਸ਼ਾ ਦੇ ਨਾਲ ਪਿਆਰ ਨਹੀਂ ਕਰਦਾ। ਮੈਨੂੰ ਖੁਦਾ ਕਹਿੰਦਾ ਗੈਰ ਭਾਸ਼ਾ ਵੀ ਬੋਲਣੀ ਆ ਤੇ ਜ਼ਬੂਰ ਵੀ ਕੀ ਕਰਨਾ। ਇਹ ਜ਼ਬੂਰ ਉਹ ਆ ਮੇਰੇ ਭੈਣ ਭਰਾ ਜਿਹੜਾ ਮਰੇ ਨੂੰ ਜਿੰਦਾ ਕੀ ਆ, ਮੁਰਦੇ ਜਿੰਦੇ ਹੁੰਦੇ ਜ਼ਬੂਰ ਨਾਲ। ਜਿਹੜਾ ਕਹਿੰਦਾ ਨਾ ਮੇਰੇ ਕੋਈ ਬੱਚਾ ਨਹੀਂ ਆ, ਉਹ ਮੇਰਾ ਸਿਰ ਹਿੱਲਣੋਂ ਨਹੀਂ ਹਟਦਾ, ਮੇਰੀ ਖੇਡ ਨਹੀਂ ਬੰਦ ਹੁੰਦੀ, ਜੋ ਇਹਨੂੰ ਲਗਾਤਾਰ ਕਰਨਾ ਸ਼ੁਰੂ ਕਰੋ ਮੈਨੂੰ ਮਿਲਣ ਦੀ ਲੋੜ ਨਹੀਂ ਆ, ਸਿਰਫ ਜ਼ਬੂਰ ਨੂੰ ਮਿਲ ਲਿਆ ਕਰੋ ਤੇ ਬਸ ਉਹ ਕਰੀ ਜਾਓ ਤੇ ਚੁੱਪ ਕਰਕੇ ਸੰਡੇ ਤੇ ਬੁੱਧਵਾਰ ਅੜੇ ਤੇ ਖੜੇ ਤੇ ਗਵਾਹੀਆਂ ਦੇ ਕੇ ਤੇ ਬਸ ਪ੍ਰਭੂ ਵਿੱਚ ਬੰਦੇ ਕੀ ਆ। ਹੁਣ ਇਹ ਸਿਸਟਰ ਤੋਂ ਕੀ ਸਿੱਖਿਆ, ਇਹਨੇ ਮਿਹਨਤ ਕੀਤੀ ਆ ਤੇ ਵੱਡੀ ਗਵਾਹੀ ਦੇਣ ਵਾਸਤੇ ਵਾਪਸ ਕੀ ਆ, ਇਹਨੇ ਮੈਨੂੰ ਕਹਿਣਾ ਬਸ ਠੀਕ ਕਰੋ ਦੁਆ, ਮੇਰਾ ਮੁੰਡਾ ਲੀਰਾਂ ਖਾਂਦਾ, ਮੇਰਾ ਮੁੰਡਾ ਕਲੀ ਚੱਟਦਾ, ਮੇਰਾ ਮੁੰਡਾ ਮਾਚਿਸਾਂ ਖਾਂਦਾ। ਤੁਸੀਂ ਆਪਣੀ ਫਾਈਟ ਆਪ ਹੀ ਕੀ ਆ, ਇਹਨੇ ਕੀਤੀ ਕਿ ਨਹੀਂ ਭੈਣ ਨੇ, ਉਤਰਾਇਆ ਕਿ ਨਹੀਂ ਆਇਆ, ਆਇਆ। ਮੈਂ ਕਈ ਵਾਰ ਕਹਿੰਦਾ ਕਲੀਸਿਆ ਨੂੰ ਅਧਿਕਾਰ ਮਿਲ ਚੁੱਕੇ ਹੋਏ ਭਾਈ, ਕਲੀਸਿਆ ਨੂੰ ਅਧਿਕਾਰ ਪ੍ਰਭੂ ਨੇ ਦੇਤੇ ਆ। ਮਰਕਸ 16:16 'ਚ ਲਿਖਿਆ ਨਾ ਜਿਹੜਾ ਨੇਚਾ ਕਰੇ ਉਹ ਬਚਾਇਆ। ਇਹ ਕਿਹਦਾ ਅਧਿਕਾਰ ਆ ਫਿਰ, ਕਿਹਨੂੰ ਅਧਿਕਾਰ ਆ। ਕਲੀਸਿਆ ਹੁਣ ਪਤਾ ਕਿ ਪਿਸਟਲ ਦੇਤਾ, AK-47 ਲੈ ਲਈ ਆ, ਹੁਣ ਬਸ ਘਮਾਉਣੀ ਆ 12 ਤੋਂ 2 ਵਜੇ, ਜਿੱਧਰ ਮਰਜ਼ੀ ਘੁਮਾ ਦਿਓ, ਕੁੜੀ ਦੇ ਸਹੁਰਿਆਂ ਵੱਲ ਘੁਮਾ ਦਿਓ, ਪੇਕਿਆਂ ਵਾਲੇ ਬੰਨੇ ਘੁਮਾ ਦਿਓ, ਨਾਲ ਹੀ ਸਾਰੇ ਕੰਮ ਹੁੰਦੇ ਕੀ ਆ ਹੋਣਗੇ। ਜਿਹੜਾ ਬੰਦਾ ਕਹਿੰਦਾ ਨਾ ਕੰਮ ਨਹੀਂ ਹੁੰਦਾ, ਤੇ ਮੈਂ ਉਹਨੂੰ ਕਹਿੰਦਾ ਕਿ ਬਾਈਬਲ 'ਚ ਕਿਤੇ ਵੀ ਨਹੀਂ ਲਿਖਿਆ ਨਹੀਂ ਹੁੰਦਾ। ਜਦੋਂ ਕੰਮ ਰੁਕਣਗੇ ਸਾਡੀ ਗਲਤੀਆਂ ਦੇ ਕਾਰਨ ਰੁਕਣਗੇ। ਜਦੋਂ ਬਲੈਸਿੰਗ ਮਿਲ ਜਾਂਦੀ ਆ ਉਸ ਤੋਂ ਬਾਅਦ ਲੋਕੀ ਨਗੇਲੀ ਕਰਨੀ ਸ਼ੁਰੂ ਕਰ ਦਿੰਦੇ, ਫਿਰ ਸੌਣਾ ਸ਼ੁਰੂ ਕਰ ਦਿੰਦੇ, ਫਿਰ ਰੋਜ਼ਾ ਭੁੱਲ ਜਾਂਦਾ ਤੇ ਖਾਣਾ ਸ਼ੁਰੂ ਕਰ ਦਿੰਦੇ ਆ, ਤੇ ਡੀਕ ਤੇ ਗਵਾਹੀ ਕਦੀ ਨਹੀਂ ਬਣੇਗੀ। ਸਮੇਂ ਲੱਗੀ ਕਿ ਨਹੀਂ ਲੱਗੀ। ਗਵਾਹੀਆਂ ਬਣਾਉਣੀਆਂ ਤੁਹਾਡਾ ਕੰਮ ਆ। ਤੁਹਾਡੇ ਮੂੰਹ ਦੇ ਵਿੱਚ ਮੇਰੀ ਲਿਆ ਚਮਤਕਾਰ ਤੁਹਾਡੇ ਮੂੰਹ ਦੇ ਵਿੱਚ ਆ। ਜਦੋਂ ਤੁਸੀਂ ਬਾਈਬਲ ਪੜ੍ਹ ਕੇ ਲਗਾਤਾਰ ਉਸ ਵਿਸ਼ੇ ਨੂੰ ਪੜ੍ਹੋਗੇ ਤਾਂ ਮੈਂ ਕਹਾਂ ਤੁਸੀਂ ਗਵਾਹੀ ਦੇਣ ਵਾਸਤੇ ਕੀ ਜੇ ਮਜ਼ਾਕੀ ਮਸੀਹ ਨਹੀਂ ਬਣਨਾ, ਲੜਨ ਔਰ ਜਿੱਤਣ ਵਾਲੇ ਮਸੀਹ ਬਣਨਾ। ਠੀਕ ਹੈ, ਤਾਰੀਫ ਕਰਾਂਗੇ ਸਿਸਟਰ ਵਾਸਤੇ। ਹਾਂ 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 ਨੈਕਸਟ ਹਾਂਜੀ ਹਾਂਜੀ ਆ ਜਾ ਤੂੰ ਅਗਲੀ ਸਾਈਡ 'ਤੇ ਖੜੀ ਹੋ। ਹਾਂਜੀ ਅੱਗੇ ਆ ਜਾ ਕੈਮਰੇ 'ਚ। ਹਾਂ 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 ਹਾਂਜੀ ਹਾਂਜੀ ਔਨ ਕਰੋ। ਇੱਧਰ ਦੇਖੋ, ਇੱਧਰ ਮੇਰੇ ਲੀਡ ਨੂੰ ਇੱਧਰ ਥੱਲੇ ਕਰਕੇ ਨੀਚਿਓਂ ਹੋਰ ਓਹੋ ਇੱਧਰ ਹੀ ਬਿਲਕੁਲ ਛੋਟੀ ਇੰਨੀ ਹੋਲਡ ਕਰਨੀ। ਹਾਂ ਹੁਣ ਬੋਲਣਾ। ਹਾਲੇਲੂਇਆ ਪ੍ਰਭੂ ਦੀ ਸਿਸਟਰ ਦਾ ਨਾਮ ਰੇਨੂ, ਪਿੰਡ ਨਾਗਕਲਾਂ। ਸਿਸਟਰ ਦੀ ਗਵਾਹੀ ਕਿ ਇਹਨਾਂ ਨੂੰ ਲੰਬੇ ਕਾਫੀ 10-12 ਸਾਲ ਤੋਂ ਇਹਨਾਂ ਨੂੰ ਨਕਸ਼ਾਂ ਦੀ ਪ੍ਰੋਬਲਮ ਸੀ, ਜੋ ਕਹਿ ਦਿੰਦੇ ਤਵੀਤ। ਇਹ ਬੱਚੀ ਦੇ 10-12 ਸਾਲ ਤੋਂ ਨਕਸ਼ ਤਵੀਤ ਦੇ ਜਿਹੜੇ ਅੰਦਰ ਸੀ, ਇਹ ਬਹੁਤ ਜ਼ਿਆਦਾ ਬਿਮਾਰ ਰਹਿੰਦੀ ਸੀ। ਇਹ ਜਿੱਥੇ ਜਦੋਂ ਉਹਨੂੰ ਪੀਰੀਅਡਸ ਆਉਂਦੇ ਸੀ ਇਹਦੀ ਅੱਖਾਂ ਗਿਰ ਹਨੇਰਾ ਹੋ ਜਾਂਦਾ ਸੀ, ਇਹ ਡਿੱਗ ਜਾਂਦੀ ਸੀ, ਲਗਾਤਾਰ ਟਾਈਫਾਈਡ ਬੁਖਾਰ ਬਹੁਤ ਸਾਰੀਆਂ ਪ੍ਰੋਬਲਮ ਰਹਿੰਦੀਆਂ ਸੀ। ਫਿਰ ਜਦ ਇਹਨਾਂ ਜੀਸਸ ਮਿਸ਼ਨਰੀ ਚਰਚ ਆਉਣਾ ਸ਼ੁਰੂ ਕੀਤਾ, ਜਿੱਦਾਂ ਪ੍ਰਭੂ ਦੇ ਦਾਸ ਸਿਖਾਉਂਦੇ ਰਹੇ, ਤੁਸੀਂ ਵਚਨ ਪੜੋ, ਪ੍ਰਾਰਥਨਾ ਕਰੋ, ਆਜ਼ਾਦ ਹੋਵੋਗੇ। ਲਗਾਤਾਰ ਪ੍ਰਾਰਥਨਾ ਕਰਦੇ ਰਹੇ, ਮੀਟਿੰਗਾਂ ਅਟੈਂਡ ਕਰਦੇ ਰਹੇ। ਜਦ ਵਰਸ਼ਿਪ ਦੇ ਦੌਰਾਨ ਪ੍ਰਭੂ ਦੇ ਦਾਸ ਬਿਮਾਰੀਆਂ ਨੂੰ ਡਾਂਟਦੇ ਸੀ, ਰਿਸੀਵ ਕਰਦੇ ਰਹੇ। ਪ੍ਰਭੂ ਜੀ ਨੇ ਇਹਨਾਂ ਦਾਸਾਂ ਦੇ ਦੁਆਰਾ, ਵਚਨਾਂ ਦੇ ਦੁਆਰਾ ਬੱਚੀ ਨੂੰ ਸਾਰੀਆਂ ਪ੍ਰੋਬਲਮਾਂ ਤੋਂ ਆਜ਼ਾਦ ਕੀਤਾ। ਜਦੋਂ ਦੇ ਜੀਸਸ ਮਿਸ਼ਨਰੀ ਚਰਚ ਨਾਲ ਜੁੜਿਆ, ਦੁਬਾਰਾ ਬਿਮਾਰੀ ਇਹਦੇ ਜੀਵਨ 'ਚ ਕਦੇ ਨਹੀਂ ਆਈ। ਇਸ ਮਹਾਨ ਕਿਰਪਾ ਵਾਸਤੇ ਆਪਣੇ ਪ੍ਰਭੂ ਜੀ ਔਰ ਪ੍ਰਭੂ ਜੀ ਦੇ ਦਾਸਾਂ ਦਾ ਦਿਲ ਤੋਂ ਧੰਨਵਾਦ ਕਰਦੇ। ਸਭ ਭੈਣ ਭਾਈ ਜੋਰਦਾਰ ਤਾਰੀਫ ਕਰੋ। ਹਾਲੇਲੂਇਆ। ਰੁਕ ਜਾ ਗਵਾਹੀ ਪੂਰੀ ਤਰ੍ਹਾਂ ਸਹੀ ਨਹੀਂ ਹੋਈ। ਹਾਲੇਲੂਇਆ। ਥੋੜੇ ਦਿਨ ਦੀ ਗੱਲ, ਮੈਂ ਸਿਸਟਰ ਦੇ ਘਰ ਦੇ ਵਿੱਚ ਗਿਆ। ਇਹ ਸਿਸਟਰ ਨੇ ਮੈਨੂੰ ਬੋਲਿਆ ਕਿ ਜਦੋਂ ਪਾਸਟਰ ਜੀ ਤੁਸੀਂ ਪ੍ਰੋਫੈਸੀ ਕਰ ਦਿੰਦੇ ਕਿ ਜਗ੍ਹਾ ਤੇ ਕਿਸੇ ਨੇ ਨਕਸ਼ ਪੀਤੇ ਆ। ਇਹ ਸਿਸਟਰ ਕਹਿੰਦੀ ਕਿ ਨਕਸ਼ ਮੈਂ ਪੀਤੇ ਹੀ, ਪਰ ਮੈਂ ਸੰਗ ਦੀ ਅਗਲੀ ਸਾਈਡ ਤੇ ਨਹੀਂ ਆਉਂਦੀ ਹੁੰਦੀ।
ਉਹ ਨਕਸ਼ ਕਿਸ ਕੰਮ ਦੇ ਸੀ? ਇੱਕ ਲੇਡੀ ਆ ਦਿੱਲੀ ਤੋਂ, ਕਾਲਾ ਜਾਦੂ ਕਰਦੀ ਸੀ, ਇਹਨਾਂ ਦੀ ਆਪਣੇ ਕੋਈ ਰਿਸ਼ਤੇਦਾਰ ਸੀ। ਕਹਿੰਦੀ ਕਿ ਉਹਨੇ ਮੈਨੂੰ ਨਕਸ਼ ਦਿੱਤੇ ਵੀ ਇਹ ਨਕਸ਼ ਤੂੰ ਪੀ ਲਾ ਤੇ ਤੇਰਾ ਰਿਸ਼ਤਾ ਹੋ ਜਾਏਗਾ। ਤੇਰਾ ਰਿਸ਼ਤਾ ਨਹੀਂ ਹੋ ਰਿਹਾ। ਸੁਣੋ ਧਿਆਨ ਦੇ ਕੇ ਗਵਾਹੀ, ਜਦੋਂ ਵੀ ਮੈਨੂੰ ਪਤਾ ਹੁੰਦਾ ਗਵਾਹੀਆਂ ਕਿੱਥੇ ਕਿੱਦਾਂ ਵਾ। ਹਾਲੇਲੂਇਆ। ਇਹ ਸਿਸਟਰ ਕਹਿੰਦੀ ਕਿ ਮੈਂ ਚੱਕਰ ਆ ਜਾਂਦੇ, ਮੈਂ ਡਿੱਗ ਜਾਂਦੀ, ਮੈਂ ਬੜੀ ਪ੍ਰੋਬਲਮ ਦੇ ਵਿੱਚ ਹਾਂ। ਪਰ ਜਦੋਂ ਦੇ ਹੀ ਭਵਨ 'ਚ ਆਉਣਾ ਸ਼ੁਰੂ ਕੀਤਾ, ਪ੍ਰਭੂ ਦੇ ਦਾਸ ਜਦੋਂ ਪ੍ਰੇਰਾ ਕਰਦੇ, ਸਾਨੂੰ ਘਰ ਮਿਹਨਤ ਕਰ ਲਈ ਬੋਲਦੇ, ਤੇ ਲਗਾਤਾਰ ਕਹਿੰਦੀ ਕਿ ਜਦੋਂ ਅਸੀਂ ਆਉਣਾ ਸ਼ੁਰੂ ਕੀਤਾ, ਅੱਜ ਉਹ ਨਕਸ਼ ਕਹਿੰਦੀ ਕਿ ਮੇਰੇ ਜੀਵਨ ਦੇ ਵਿੱਚੋਂ ਗੈਟ ਆਊਟ ਹੋ ਚੁੱਕੇ ਆ। ਹੁਣ ਕੋਈ ਮੇਰੇ ਸਿਰ ਨੂੰ ਚੱਕਰ ਨਹੀਂ ਆਉਂਦਾ। ਤੋ ਨਕਸ਼ ਕਦ ਲਈ ਦਿੱਤੇ ਹੋ? ਉਹ ਸਿਆਣਿਆਂ ਨੇ, ਜਾਦੂਗਰਾਂ ਨੇ, ਕਿ ਤੇਰਾ ਰਿਸ਼ਤਾ ਕੀ ਆ। ਇਹ ਬਿਲਕੁਲ ਗਲਤ ਆ, ਕਿਉਂਕਿ ਵੇਖੋ ਜਦੋਂ ਕਿਸੇ ਦੀ ਆਵਾਜ਼ ਆਉਂਦੀ ਉਹਨੂੰ ਅਗਲੀ ਸਾਈਡ ਤੇ ਹੱਥ ਲਾ ਕੇ ਆਉਣਾ ਚਾਹੀਦਾ। ਬਹੁਤ ਸਾਰੇ ਲੋਕ ਸੋਚਣਗੇ ਲੱਗਦਾ ਆਪਣੇ ਕੋ ਮਰੀ ਜਾਂਦੇ ਤੇ ਕੋਈ ਆਉਣ ਹੀ ਨਹੀਂ ਡਿਆ, ਕਿਉਂਕਿ ਹੁੰਦੇ ਵਿੱਚ ਹੀ ਆ, ਕਿਉਂਕਿ ਉਹਨਾਂ ਨੂੰ ਸੰਗ ਨਹੀਂ ਸੰਗਾ ਹੀ ਲੱਗਦਾ। ਕਈਆਂ ਨੂੰ ਸੰਗ ਲੱਗਦੀ, ਕਿਸੇ ਨੂੰ ਸੰਗਾ ਲੱਗਦਾ ਕਿ ਮੈਂ ਹੁਣ ਅੱਗੇ ਕੀ ਕਰਨ ਜਾਵਾਂ। ਮੇਰੇ ਭੈਣ ਭਰਾ ਤੁਹਾਡੇ ਆਉਣ ਦੇ ਨਾਲ ਦੂਸਰੇ ਲੋਕਾਂ ਦੇ ਜੀਵਨ ਬੈਸਟ ਹੁੰਦੇ ਆ। ਹੁਣ ਇਹ ਸਿਸਟਰ ਨੂੰ ਮੈਂ ਕਿਹਾ ਤੇਰੀ ਉਦੋਂ ਦੀ ਗਵਾਹੀ ਹੈ, ਤੂੰ ਆਪਣੀ ਗਵਾਹੀ ਦੇ। ਇਹ ਕਿੰਨੀ ਪੁਰਾਣੀ ਗੱਲ ਹੈ, ਕਿੰਨੀ ਪੁਰਾਣੀ ਭੈਣ ਗੱਲ ਹੈ। 2012 ਦੀ ਗੱਲ ਆ, ਤਾਂ 2021 ਜਾਣ ਕੇ ਭੈਣ ਨੇ ਦੱਸੀ ਆ। ਕਿੰਨਾ ਚਿਰ ਹੋ ਗਿਆ? ਕਿੰਨੇ ਲੋਕ ਸੁਣਦੇ ਆ? ਉਦੋਂ ਤਾਂ ਮੈਂ ਸੇਵਕਾਈ ਵੀ ਨਹੀਂ ਕਰਦਾ। ਹਾਲੇਲੂਇਆ। 2012 ਦੇ ਵਿੱਚ ਜਾਦੂ ਟੋਣਾ ਕੀਤਾ, ਹੁਣ ਬਿਲਕੁਲ ਫ੍ਰੀ ਹੋ ਚੁੱਕੀ ਆ, ਕਿਉਂਕਿ ਇਸ ਜਗ੍ਹਾ ਤੇ ਕੋਈ ਵੀ ਜਾਦੂ ਟੋਣਾ ਨਹੀਂ ਖਲੋਂਦਾ। ਇਸ ਕਰਕੇ ਮੇਰੇ ਭੈਣ ਭਰਾ, ਮੈਂ ਤੁਹਾਨੂੰ ਕਹਾਂ ਕਿਤੇ ਭੱਜਣ ਦੀ ਲੋੜ ਨਹੀਂ। ਬਸ ਜੋ ਤੁਹਾਨੂੰ ਸਿਖਾਉਂਦੇ ਆ ਉਹਨਾਂ ਨੂੰ ਮੰਨਦੇ ਜਾਓ, ਤਾਂ ਅੱਗੇ ਵਧਦੇ ਕੀ ਆ। ਕੱਲੀ ਬਰਕਤ ਨਹੀਂ ਮਿਲੇਗੀ ਤੁਹਾਨੂੰ, ਇੱਕ ਦਿਨ ਸਵਰਗੀ ਸਥਾਨ ਵੀ ਕੀ ਹੋਣਗੇ। ਬਹੁਤ ਸਾਰੇ ਬਰਕਤ ਲਿਆਉਂਦੇ ਹੋ, ਬਰਕਤ ਦੇ ਨਾਲ ਹੀ ਪਿਆਰ ਕਰਦੇ ਆ, ਪਰ ਸਾਡਾ ਪਿਆਰ ਕਿਹਦੇ ਨਾਲ ਆ? ਕਈ ਇੱਕ ਦਿਨ ਸਵਰਗ ਰਾਜ ਦੇ ਵਿੱਚ ਕੀ ਕਰਨਾ। ਪਲੂਸ ਕਹਿੰਦਾ ਮੈਂ ਸਿੱਧ ਕਰਕੇ ਪ੍ਰਭੂ ਦੇ ਅਰਪਣ ਕਰਨਾ ਚਾਹੁੰਦਾ। ਆਂਦਾ ਮੈਂ ਤੁਹਾਨੂੰ ਇੱਕੇ ਪਾਕ ਕੁਵਾਰੀ ਵਾਂਗੂ ਇੱਕੇ ਪਤੀ ਦੇ ਨਾਲ ਕੀ ਆ। ਇਹ ਗੱਲਾਂ ਨੂੰ ਸਮਝਣਾ, ਇਹ ਮੈਂ ਨਹੀਂ ਕਰਾਂਗਾ, ਵੱਡੇ ਸੰਤ ਕਰਨਗੇ। ਇਸ ਕਰਕੇ ਇਸ ਗਵਾਹੀ ਲਈ ਤਾਰੀਫ ਕਰਦੇ ਕਿ ਪ੍ਰਭੂ ਨੇ ਜਾਦੂ ਟੋਣੇ ਤੋਂ ਫ੍ਰੀ ਕੀਤਾ। 12 ਸਾਲਾਂ ਦੀ ਜੋ 2012 ਵਿੱਚ ਜਾਦੂ ਟੋਣਾ ਖਾਦਾ ਸੀ, ਉਲਟੀਆਂ ਦੇ ਦੁਆਰਾ ਉਹ ਸਭ ਨਿਕਲਿਆ। ਅੱਜ ਬੱਚੀ ਬਿਲਕੁਲ ਠੀਕ, ਕੋਈ ਚੱਕਰ ਨਹੀਂ ਆਉਂਦਾ, ਕੋਈ ਡਿੱਗ ਨਹੀਂ ਰਹੀ, ਬਿਲਕੁਲ ਠੀਕ ਹੋ ਚੁੱਕੀ। ਸਭ ਤਾਰੀਫ ਕਰਾਂਗੇ ਇਸ ਗਵਾਹੀ ਦੇ ਵਾਸਤੇ। ਆਮੀਨ। ਹਾਂ, ਨੈਕਸਟ ਗਵਾਹੀ। ਹਾਂ, ਜਲਦੀ 2 ਸ਼ਬਦ ਬੋਲਣੇ ਵੀ, 2 ਸ਼ਬਦ। ਕੀ ਕਹਿੰਦੇ? 9 ਸਾਲਾਂ ਬਾਅਦ ਫ੍ਰੀ ਹੋਏ ਆ। ਹਾਂ ਸਾਰੇ ਭੈਣ ਭਾਈਆਂ ਨੂੰ ਜੈ ਮਸੀਹ ਦੀ, ਰੱਬ ਦੇ ਦਾਸਾਂ ਨੂੰ ਜੈ ਮਸੀਹ ਦੀ। ਸਾਰੇ ਭੈਣ ਭਾਈਆਂ ਨੂੰ ਜੈ ਮਸੀਹ ਦੀ, ਰੱਬ ਦੇ ਦਾਸਾਂ ਨੂੰ ਜੈ ਮਸੀਹ ਦੀ। ਹਾਂ। ਮੇਰਾ ਨਾਮ ਨੀਤੂ ਹੈ, ਪਿੰਡ ਮੇਰਾ ਟਪਈ ਹੈ। ਮੈਂ ਬੜੇ ਚਿਰ ਤੋਂ ਹੀ ਇੱਥੇ ਆਉਂਦੀ ਸੀ। ਉਦੋਂ 6 ਸਾਲ ਹੋ ਗਏ ਸੀ ਮੇਰੇ ਵਿਆਹ ਨੂੰ, ਤੇ ਮੇਰਾ ਬੱਚਾ ਨਹੀਂ ਸੀ ਕੋਈ। ਹਾਂ। ਉਦੋਂ ਦੀ ਮੈਂ ਇੱਥੇ ਆਉਂਦੀ ਸੀ, ਤੇ ਮੈਨੂੰ ਰੱਬ ਨੇ ਸਾਲ ਦੇ ਵਿੱਚ ਹੀ ਬੱਚਾ ਦੇ ਦਿੱਤਾ ਸੀ ਜਦੋਂ ਮੈਂ ਇੱਥੇ ਆ ਰਹੀ ਸੀ। ਉਸ ਤੋਂ ਬਾਅਦ ਮੈਨੂੰ 2 ਸਾਲ ਹੋ ਗਏ ਮੈਂ ਚਰਚ ਨਹੀਂ ਆਈ। ਹਾਂਜੀ। ਤੇ ਇਸ ਕਰਕੇ ਰੱਬ ਨੇ ਮੈਨੂੰ ਫੇਰ ਸਜ਼ਾ ਦਿੱਤੀ। ਸਾਡਾ ਕੰਮ ਵੀ ਸੁੱਟ ਗਿਆ, ਤੇ ਇੱਕ ਮੇਰੇ ਘਰ 'ਚ ਝਗੜਾ ਬੜਾ ਵਾ। ਇਸ ਕਰਕੇ ਮੈਂ ਘਰ ਹੀ ਛੱਡ ਕੇ ਇੱਥੇ ਆ। ਤੁਸੀਂ ਖੁੱਲ੍ਹ ਕੇ ਗਵਾਹੀ ਦਿਓ, ਖੁੱਲ੍ਹ ਕੇ ਗਵਾਹੀ ਦੇਣੀ ਆ। ਗਵਾਹੀ ਦੀ ਖੜਾ ਕਿਉਂ ਕੀਤਾ? ਕਿਉਂਕਿ ਦੂਸਰੇ ਲੋਕ ਤੁਹਾਡੀ ਗਵਾਹੀ ਸੁਣ ਕੇ ਦਿਮਾਗ ਜਿਹੜਾ ਸੈੱਟ ਹੋਏ। ਨੇ ਮੈਨੂੰ ਸਮਝਾਇਆ, ਜਦੋਂ ਮੇਰਾ ਬੱਚਾ ਨਹੀਂ ਸੀ ਤੇ ਉਦੋਂ ਮੈਂ ਇੱਥੇ ਜਦੋਂ ਜੁੜੀ ਸਾਂ ਨਾ, ਹਾਂ। ਉਦੋਂ ਮੈਂ ਢੀਠਾਂ ਦੀ ਤਰ੍ਹਾਂ ਇੱਥੇ ਆਉਂਦੀ ਹਾਂ। ਮੈਂ ਕਹਿੰਦੀ ਨਹੀਂ ਸੌਂਦੀ। ਲੋਕੀ ਮੈਨੂੰ ਮਖੌਲ ਕਰਦੇ ਕਿ ਤੂੰ ਹਫ਼ਤੇ ਬਾਅਦ ਪੇਕੇ ਜਾਂਦੀ, ਪਰ ਮੈਂ ਕਿਸੇ ਦਿਨ ਮੈਨੂੰ ਰੱਬ ਦੇ ਦਾਸਾਂ ਨੇ ਸਮਝਾਇਆ ਸੀ ਕਿ ਜੇ ਰੱਬ ਕੋਲ ਕੁਝ ਲੈਣਾ ਵਾ ਤੇ ਤੈਨੂੰ ਢੀਠਾਂ ਦੀ ਤਰ੍ਹਾਂ ਆਉਣਾ ਪੈਂਦਾ, ਜਿੱਦਾਂ ਬੱਚਾ ਢੀਠ ਹੋ ਕੇ ਚੀਜ਼ ਮੰਗਦਾ, ਬਸ ਇਦਾਂ ਹੀ। ਕਿੰਨੇ ਲੋਕਾਂ ਨੂੰ ਸਮਝ ਲੱਗੀ ਆ? ਤੇ ਮੈਂ ਇਹਦੇ ਤੋਂ ਵੀ ਆਪਾਂ ਸਿੱਖ ਲਿਆ ਭੈਣ। ਹਾਂਜੀ। ਹਾਂਜੀ, ਇਸ ਤਰ੍ਹਾਂ ਹੀ ਮੈਂ ਦੁਆਵਾਂ ਪ੍ਰਾਰਥਨਾ ਕਰਨ ਵਿੱਚ ਜ਼ਬੂਰ ਬੜਾ ਮੇਰਾ ਵਿਸ਼ਵਾਸ ਵੱਜ ਗਿਆ ਸੀ। ਹੁਣ ਪਤਾ ਨਹੀਂ 2 ਸਾਲ ਹੋ ਗਏ ਮੈਂ ਚਰਚ ਕਦੀ ਆਈ ਨਹੀਂ ਆ। ਅੱਜ 2 ਸਾਲ ਬਾਅਦ ਪੂਰੇ ਆਈ। ਜਿਸ ਚਰਚ ਨੂੰ ਤੁਸੀਂ ਅਟੈਂਡ ਕਰ ਰਹੇ ਸੀ, ਉਸ ਤੋਂ ਬਾਅਦ ਤੁਸੀਂ ਕੱਲ ਜਿਹੜੀ ਸਿਸਟਰ ਜੀ ਮੇਰੇ ਨਾਲ ਗੱਲ ਕੀਤੀ ਕਿ ਮੈਂ ਹੁਣ ਜਿਸ ਚਰਚ ਜਾ ਰਹੀ ਹਾਂ, ਉਹ ਚਰਚ ਦੀ ਉਹ ਕਿੰਨੇ ਵਜੇ ਚਰਚ ਲੱਗਦਾ? 12 ਵਜੇ ਲੱਗਦਾ ਸੀ ਤੇ 1:30 ਵਜੇ ਸਮਾਪਤ ਹੋ ਜਾਂਦਾ। ਦੱਸੋ ਕੀ ਹੋਏਗਾ? ਕੀ ਹੋਏਗਾ? ਉਹ ਭਾਈ ਕੀ ਹੋਏਗਾ? ਫਿਰ ਮੇਰੇ ਪਤੀ ਦਾ ਗੁਪਤ ਰੋਗ ਸੀ, ਉਹ ਤੋਂ ਪ੍ਰਭੂ ਨੇ ਸ਼ਿਫਾ ਦਿੱਤੀ। ਗੁਪਤ ਰੋਗ ਤੋਂ ਪ੍ਰਭੂ ਨੇ ਛੁਟਕਾਰਾ ਦਿੱਤਾ, ਔਰ ਬੇਬੀ ਦੇ ਨਾਲ, ਬੇਬੀ ਗਰਲ ਦੇ ਨਾਲ ਭੈਣ ਨੂੰ ਖੁਦਾ ਨੇ ਬਲੈਸ ਕੀਤਾ। ਉਸ ਤੋਂ ਬਾਅਦ ਸ਼ੈਤਾਨ ਨੇ ਰੋਕ ਦਿੱਤਾ। ਸ਼ੈਤਾਨ ਤੁਹਾਨੂੰ ਰੋਕੇਗਾ ਤੇ ਹੁਣ ਤੋਂ ਨਹੀਂ ਉੱਥੇ ਨਹੀਂ ਜਾਣਾ। ਤੇਰੇ ਘਰ ਦੇ ਲਾਗੇ ਵੀ ਚਰਚ ਕੀ ਆ, ਪਰ ਦੇਖੋ 12 ਵਜੇ ਸ਼ੁਰੂ ਹੁੰਦਾ ਤੇ 1:30 ਵਜੇ ਖਤਮ। ਕਿੰਨੇ ਚਿਰ ਦੀ ਮੀਟਿੰਗ ਹੈ? ਇੰਨੇ ਚਿਰ ਨੂੰ ਤਾਂ ਮਾਂ ਸਾਡੇ ਸਾਸੂ ਜੀ ਸਿੱਧੇ ਹੁੰਦੇ ਜਿੰਨੇ ਚਿਰ ਮੀਟਿੰਗ ਸ਼ੁਰੂ ਹੁੰਦੀ ਆ। ਕਿੰਨੇ ਲੋਕ ਸੁਣਦੇ? ਇੱਥੇ ਬਿਮਾਰੀਆਂ ਦੇ ਬੰਧਨ ਕਿਉਂ ਟੁੱਟਦੇ ਆ? ਕਿਉਂਕਿ ਦਿਲ ਤੋਂ ਹਰ ਕੰਮ ਨੂੰ ਕਰਦੇ ਆ। ਜਿੱਥੇ ਪੋਚਾ ਮਾਰਨ ਵਾਲੇ ਚਰਚ ਬੜੇ ਨੇ, ਗਏ ਹੱਥ ਲਾਇਆ ਚਲੋ ਜੀ ਵਾਪਸ, ਸਿਰ ਬੰਨ੍ਹ ਕੇ ਜਾਣਾ ਤੇ ਘਰ ਫੇਰ ਆਣ ਕੇ ਸਿਰ ਜਾਂਦਾ। ਵੇਲੇ ਡਾਕਟਰ ਕੋਲ ਦਵਾਈ ਵੀ ਲੈਣੀ ਭੈਣ ਨੇ। ਹੁਣ ਦਵਾਈ ਲਈਏ ਤੇ ਦਵਾਈ ਖਾਣ ਤੋਂ ਬਿਨਾਂ ਨੀਂਦ ਨਹੀਂ ਆਉਣੀ। ਇੱਥੇ ਲੋਕਾਂ ਦੀ ਮੈਡੀਸਨ ਛੁੱਟਦੀ ਕਿ ਨਹੀਂ ਛੁੱਟਦੀ? ਹੁਣ ਇਹ ਸਿਸਟਰ ਕਹਿ ਰਹੀ ਕਿ 4 ਸਾਲ ਤੋਂ ਮੇਰੀ ਮੈਰਿਜ ਹੋ ਗਈ, 4 ਸਾਲ ਤੋਂ ਮੇਰਾ ਕੋਈ ਬੱਚਾ ਨਹੀਂ ਸੀ।
ਜਦੋਂ ਮੈਂ ਲਗਾਤਾਰ ਜੀਜਸ ਮਿਨਿਸਟਰੀ 'ਚ ਆਉਣਾ ਸ਼ੁਰੂ ਕੀਤਾ ਔਰ ਪ੍ਰਭੂ ਦੇ ਦਾਸ ਜੋ ਪ੍ਰੋਫੈਟਿਕਲ ਵਰਡ ਦਿੰਦੇ, ਜੋ ਪ੍ਰੋਫੈਸੀ ਕਰਦੇ ਕਿ ਆਪਣੇ ਪੇਟ ਵਾਲੀ ਜਗ੍ਹਾ ਤੇ ਹੱਥ ਰੱਖੋ, ਪ੍ਰਭੂ ਤੁਹਾਨੂੰ ਬਲੈਸ ਕਰਨ ਵਾਸਤੇ ਜਾ ਰਿਹਾ। ਇਹ ਸਿਸਟਰ ਕਹਿੰਦੀ ਮੈਂ ਪੇਟ ਤੇ ਹੱਥ ਰੱਖਿਆ ਔਰ ਬਹੁਤ ਸਾਰੇ ਲੋਕ ਜਿਹੜੇ ਮੈਨੂੰ ਕੀ ਬੋਲਦੇ ਸੀ ਕਿ ਤੂੰ ਆਪਣੇ ਪੇਕੇ ਕੀ ਕਰਦੀ ਆ। ਪਰ ਇਹ ਸਿਸਟਰ ਨੂੰ ਇੱਕੋ ਗੱਲ ਬਣਾਈ, ਇਹ ਲੋਕ ਤੇ ਸਭ ਤੋਂ ਵੱਡਾ ਮੈਂ ਕਿਹਾ ਨਾਲ ਨਾ ਦੇਖ ਭੈਣ ਅੱਜ ਬਣੇ ਰਹੇ। ਵੇਖੋ ਖੁਦਾ ਨੇ ਇਹਨਾਂ ਦੇ ਜੀਵਨ ਸਾਥੀ ਨੂੰ ਦੇਖੋ ਅੱਜ ਬੜਾ ਵੱਡਾ ਇੱਕ ਖੁਲਾਸਾ ਹੋਣ ਵਾਸਤੇ ਜਾ ਰਿਹਾ ਵਾ। ਤੁਸੀਂ ਬ੍ਰਦਰ ਗੋਲਟੀ ਮਾਈਂਡ ਨਹੀਂ ਕਰਨਾ, ਤੁਸੀਂ ਮਾਈਂਡ ਨਹੀਂ ਕਰਨਾ, ਤੂੰ ਵੀ ਭੈਣ ਨਹੀਂ ਕਰਨਾ। ਸੁਣੋ, ਇਹ ਲੇਡੀ ਜਿਹੜੀ ਮੇਰੀ ਭੈਣ ਆ, ਇਹਦੀ 4 ਸਾਲ ਤੋਂ ਮੈਰਿਜ ਹੋ ਗਈ ਸੀ, ਪਰ 4 ਸਾਲ ਤੇ ਕਦੀ ਇਕੱਠੇ ਨਹੀਂ ਹੋਏ ਜਿੰਨੇ ਲੋਕ ਸੁਣਦੇ ਆ। ਵੇਖੋ ਮੈਂ ਕਿਹਾ ਖੁਲਾਸਾ ਹੋਣ ਵਾਸਤੇ ਜਾ ਰਿਹਾ। ਮੈਨੂੰ ਬੂਆ ਜੀ ਨੇ ਸਾਰੀ ਗੱਲ ਇਹਨਾਂ ਇਹ ਸਿਸਟਰ ਨੇ ਬੂਆ ਜੀ ਨਾਲ ਗੱਲ ਕੀਤੀ। ਵੇਖੋ ਮੈਂ ਇਸ ਕੁੜੀ ਦਾ ਇੰਨਾ ਧੀਰਜ ਵੇਖਣਾ ਚਾਹੁੰਦਾ, ਵੇਖਿਆ ਕਿ ਅੱਜ ਮੰਨ ਲਓ ਉਹਦਾ 4 ਸਾਲ ਪਤੀ ਉਹਦੇ ਲਾਗੇ ਨਹੀਂ ਗਿਆ ਤਾਂ ਵੀ ਉਹਨੇ ਆਪਣੇ ਪਤੀ ਨੂੰ ਛੱਡਿਆ ਗਿਆ ਤੇ ਦੂਸਰੇ ਬੰਦੇ ਨੇ ਯੂਜ਼ ਨਹੀਂ ਕੀਤਾ। ਕਿੰਨੇ ਲੋਕ ਸੁਣਦੇ ਆ। ਮੈਂ ਤਾਂ ਕਿ ਅੱਜ ਗਵਾਹੀ ਬੜੀ ਧਮਾਕੇਦਾਰ ਪੈਣ ਜਾ ਰਹੀ ਹੈ, ਖੁਲਾਸਾ ਹੋਣ ਜਾ ਰਿਹਾ ਇਸ ਗੱਲ ਦਾ। ਉਸ ਤੋਂ ਬਾਅਦ ਜਦੋਂ ਇਹਨਾਂ ਨੇ ਮੇਰੇ ਨਾਲ ਗੱਲ ਕੀਤੀ, ਦਾਸੀ ਨਾਲ ਗੱਲ ਕੀਤੀ ਔਰ ਦਾਸੀ ਨੇ ਤੇ ਮੈਂ ਅਨੈਂਟਿੰਗ ਆਇਲ ਇਹਨਾਂ ਨੂੰ ਦਿੱਤਾ ਬ੍ਰਦਰ ਦੇ ਗੋਲਟੀ ਨੂੰ ਕਿ ਤੁਸੀਂ ਆਪਣੇ ਗੁਪਤ ਅੰਗਾਂ ਦੇ ਆਇਲ ਲਗਾਉਣਾ ਸ਼ੁਰੂ ਕਰੋ ਤੇ ਲਗਾਤਾਰ ਚਰਚ ਹੋਣਾ ਸ਼ੁਰੂ ਕਰੋ। ਉਸ ਤੋਂ ਬਾਅਦ ਬਿਮਾਰੀਆਂ ਨੂੰ ਡਾਂਟਦੇ ਸੀ ਕਿ ਗੁਪਤ ਰੋਗ ਜਾ ਰਹੇ। ਉਸ ਤੋਂ ਬਾਅਦ ਪ੍ਰਭੂ ਨੇ ਵੇਖੋ ਇਹਨਾਂ ਨੂੰ ਕਿੱਡੀ ਵੱਡੀ ਸ਼ਰਮਿੰਦਗੀ ਤੋਂ ਆਜ਼ਾਦ ਕੀਤਾ। ਕਿੰਨੇ ਲੋਕ ਸੁਣਦੇ ਆ। ਇਹ ਸ਼ਰਮਿੰਦਗੀ ਸੀ ਜਿਹੜੀ ਉਹਦੀ ਲਾਈਫ ਵਿੱਚ ਚੱਲ ਰਹੀ ਸੀ, ਪਰ ਅੱਜ ਖੁਦਾ ਨੇ ਵੇਖੋ ਆਜ਼ਾਦ ਕੀਤਾ। ਅੱਜ ਬਿਮਾਰੀ ਤੋਂ ਫ੍ਰੀ ਹੋ ਚੁੱਕੇ ਆ ਔਰ ਇੱਕ ਖੁਦਾ ਨੇ ਬੇਬੀ ਗਰਲ ਦੇ ਨਾਲ ਇਹਨਾਂ ਨੂੰ ਬਲੈਸ ਕੀਤਾ। ਕਿਹੜੇ ਲੋਕ ਸੁਣਦੇ ਮੇਰੇ ਭੈਣ ਭਰਾਓ। ਇੱਥੇ ਜਿੰਨੇ ਲੋਕ ਬੈਠੇ ਆਮ ਨਹੀਂ ਆ, ਇਹ ਸਭ ਗਵਾਹੀਆਂ ਵਾਲੇ ਲੋਕ ਬੈਠੇ ਆ। ਅੱਜ ਬਹੁਤ ਸਾਰੇ ਲੋਕ ਕੁਛ ਆਏ ਕੁਛ ਨਹੀਂ ਆਏ, ਕਿਉਂਕਿ ਹਰ ਬੰਦੇ ਨੂੰ ਆਪਣੇ ਤਰੀਕੇ ਨਾਲ ਚੱਲਦੇ, ਕੋਈ ਟੈਨਸ਼ਨ ਨਹੀਂ। ਸਾਡੇ ਕੋਲ ਜਿੰਨੇ ਵੀ ਹੈਗੇ ਪ੍ਰਭੂ ਦਾ ਧੰਨਵਾਦ ਕਰਦੇ ਆ। ਔਰ ਇਹਨਾਂ ਦੀ ਗਵਾਹੀ ਤੋਂ ਵੇਖੋ ਆਪਾਂ ਕੀ ਸਿੱਖਿਆ ਪਾਈ ਆ ਕਿ ਸਿਸਟਰ ਦੀ ਕਿੰਨੀ ਵੱਡੀ ਪਲੈਨਿੰਗ ਸੀ ਕਿ ਉਹਨੇ ਪਤੀ ਕਮਜ਼ੋਰ ਸੀ ਪਰ ਤਾਂ ਵੀ ਉਹਨੇ ਕਿਸੇ ਦੂਜੇ ਮਰਦ ਵੱਲ ਧਿਆਨ ਕੀਤਾ ਔਰ ਖੁਦਾ ਦੇ ਵਿੱਚ ਰਹੀ, ਬੱਚਾ ਮਿਲਿਆ, ਪਤੀ ਸੁਧਰਿਆ। ਉਸ ਤੋਂ ਬਾਅਦ ਸ਼ੈਤਾਨ ਨੇ ਇਹਨਾਂ ਨੂੰ ਹਟਾ ਕੇ ਤੇ ਦੂਸਰੇ ਚਰਚ ਨਾਲ ਜੋੜਤਾ ਜਿਹੜਾ 12 ਤੋਂ 1:30 ਵਜੇ ਲੱਗਦਾ। ਸਮਝ ਲੱਗੀ? 1.5 ਘੰਟੇ ਤੇ ਸਾਡੀ ਪ੍ਰੋਫੈਸੀ ਹੋ ਜਾਂਦੀ ਆ। ਇਸ ਕਰਕੇ ਮੇਰੇ ਭੈਣ ਭਰਾਓ ਵੇਖੋ ਮੈਂ ਇਹਨੂੰ ਕਹਿਣਾ ਚਾਹੁੰਦਾ, ਚਰਚ ਉਹ ਵੇਖੋ ਜਿੱਥੇ ਪਵਿੱਤਰ ਆਤਮਾ ਬੋਲਦਾ, ਚਰਚ ਉਹ ਵੇਖੋ ਜਿੱਥੇ ਪ੍ਰਚਾਰ ਸਹੀ ਹੁੰਦਾ, ਚਰਚ ਉਹ ਵੇਖੋ ਜਿੱਥੇ ਵਰਸ਼ਿਪ ਹੁੰਦੀ ਆ। ਸਮਝ ਲੱਗੀ? ਚਰਚ ਉਹ ਵੇਖੋ ਜਿੱਥੇ ਇਦਾਂ ਦੀਆਂ ਗਵਾਹੀਆਂ ਕੀ ਆ ਵੇਖੋ ਗਵਾਹੀ ਧਮਾਕਾ ਪਾਉਂਦੀ ਕਿ ਨਹੀਂ। ਅੱਜ ਮੈਂ ਲਿਖ ਕੇ ਥੱਲੇ ਇੱਕ ਐਪ ਬਣਾ ਕੇ ਪਾਦਾ, ਥੱਲੇ ਲਿਖਦਾ ਹਰ ਬੰਦਾ ਇਸ ਗਵਾਹੀ ਨੂੰ ਵੇਖੇਗਾ ਯਾਰ ਕਿਆ ਬਾਤ ਕਮੈਂਟ ਆਉਣਗੇ ਥੱਲੇ। ਇਸ ਕਰਕੇ ਮੇਰੇ ਜੀ ਸਾਥੀਓ ਵੇਖੋ ਬਹੁਤ ਵੱਡੀ ਗਵਾਹੀ ਆ। ਔਰ ਕੱਲ੍ਹ ਮੈਂ ਇਹਨਾਂ ਦੇ ਘਰ ਵਿਜ਼ਿਟ ਕਰਨ ਵਾਸਤੇ ਗਿਆ ਹਾਂ, ਤੈਨੂੰ ਮੈਂ ਸਮਝਾਇਆ, ਮੈਂ ਕਿਹਾ ਸਿਸਟਰ ਜੀ ਤੁਸੀਂ ਚਰਚ ਆਇਆ ਕਰੋ। ਆਂਦੀ ਪਾਸਟਰ ਜੀ ਮੇਰਾ ਬੜਾ ਜੀ ਕਰਦਾ ਉਹਨੂੰ, ਪਰ ਸ਼ੈਤਾਨ ਮੈਨੂੰ ਕੀ ਕਰ ਦਿੰਦਾ। ਰਾਤੀ ਇਹਦੇ ਵਾਸਤੇ ਮੈਂ ਪ੍ਰੇਅਰ ਕੀਤੀ, ਮੈਂ ਕਿਹਾ ਪ੍ਰਭੂ ਸ਼ੈਤਾਨ ਇਹਨੂੰ ਰੋਕੇ ਨਾ। ਸਵੇਰੇ ਇੱਟ ਭਈ ਤੋਂ ਆਈ ਹੈ ਭੈਣ, ਪਰ ਹੁਣ ਕਹਿ ਰਹੀ ਕਿ ਆਪਾਂ ਨਾਕਲਾਂ 'ਚ ਹੀ ਰਹਿਣਾ, ਕਿਉਂਕਿ ਵੇਖੋ ਪ੍ਰਭੂ ਹੁਣ ਵੇਖੋ ਮਸੀਹ ਦੇ ਵਿੱਚ ਜਦੋਂ ਨਹੀਂ ਚੱਲੇ ਤੇ ਘਰ ਦੀ ਪ੍ਰੋਬਲਮ ਹੋ ਗਈ। ਪ੍ਰਭੂ ਨੂੰ ਛੱਡਣ ਦੇ ਨਾਲ ਨੌਕਰੀ ਜਾਂਦੀ ਰਹੀ। ਹੋ ਨਾ ਜਾਵੀਂ ਦੂਰ ਖੁਦਾ ਤੋਂ ਬੰਦਿਆ ਰੁੱਲ ਜਾਏਗਾ। ਰੁੱਲਦਾ ਕਦੋਂ? ਜਦੋਂ ਬੰਦਾ ਰੱਬ ਤੋਂ ਕੀ ਹੋ ਜਾਂਦਾ। ਔਰ ਇਸ ਗਵਾਹੀ ਦੇ ਨਾਲ ਅਸੀਂ ਪ੍ਰਭੂ ਦੀ ਮਹਿਮਾ ਕਰਦੇ ਹਾਂ। ਵੇਖੋ ਖੁਦਾ ਨੇ ਘਰ ਨੂੰ ਬਚਾਇਆ, ਬੱਚਾ ਸਭ ਕੁਝ ਇਹਨਾਂ ਦੇ ਕੋਲ ਆ, ਕਿਉਂਕਿ ਅੜੇ ਔਰ ਖੜੇ ਰਹਿਣ ਦੇ ਨਾਲ ਇਹ ਸਾਰੇ ਕੰਮ ਕੀ ਆ। 4 ਸਾਲਾਂ ਬਾਅਦ ਖੁਦਾ ਨੇ ਬੱਚਾ ਦਿੱਤਾ ਔਰ ਇਹ ਸਭ ਤੋਂ ਵੱਡੀ ਗਵਾਹੀ ਆ। ਔਰ ਜਿੰਨੇ ਲੋਕ ਇਹ ਜਗ੍ਹਾ 'ਤੇ ਬੈਠੇ, ਕੋਈ ਤੁਹਾਡੇ ਘਰਾਂ ਦੇ ਲਾਗੇ ਕੋਈ ਰਿਸ਼ਤੇਦਾਰ ਜਿਹਦੇ ਕੋਈ ਬੱਚੇ ਨਹੀਂ ਆ, ਘਰ ਨਹੀਂ ਆ, ਉਹਨੂੰ ਗਵਾਹੀ ਦੇ ਕੇ ਤੇ ਚਰਚ ਵਿੱਚ ਲੈ ਕੇ ਗਈ ਆ। ਖੁਦਾ ਉਹਨਾਂ ਨੂੰ ਵੀ ਬਲੈਸ ਕਰੇਗਾ। ਸਭ ਜਨ ਤਾਰੀਫ ਕਰਾਂਗੇ ਇਸ ਗਵਾਹੀ ਦੇ ਵਾਸਤੇ, ਤਾਰੀਫ ਕਰਾਂਗੇ। ਹਾਂਜੀ, ਹੋਰ ਕੋਈ ਟੈਸਟੀਮਨੀ ਤਾਂ ਨਹੀਂ? अच्छा चलो 2 मिनट चो फिर आप सुनिए वचन स्टार्ट हो रहा है। हालेलुया 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 हालेलुया। सारे भैन जैमसी दी रब दे दासन जैमसी दी ना मेरा कुलदीप कौर पिंड साडा हरिया। मेरे जीवन की गवाही कि मेरा बेटा 2-3 साल हो गए काम सीखता ही। मैं जो भी काम सीखते जाता था मैं सवेरे रोज़ प्रेयर करती नहीं। प्रभु जी की बाणी से लिखा है मुबारक होएगा तू अंदर आने में, मुबारक होएगा बाहर जाने में, ਤੁਹਾਡੇ ਬੱਚੇ ਮੁਬਾਰਕ ਹੋਣਗੇ। ਤੇ ਪ੍ਰਭੂ ਦੇ ਦਾਸਾਂ ਦੇ ਹੱਥ ਮੈਂ ਦਾਸਾਂ ਕੋਲ ਵੀ ਪ੍ਰਾਰਥਨਾ ਕਰਾਉਣੀ ਨੇ। 1-2 ਵਾਰੀ ਮੈਂ ਵੱਡੇ ਸੰਤਾਂ ਜੀ ਕੋਲ ਵੀ ਪ੍ਰਾਰਥਨਾ ਕਰਾਈ ਕਿ ਮੇਰਾ ਬੇਟਾ ਕੰਮ ਸਿੱਖਦਾ ਸੈਂਟਰੀ ਦਾ। ਤੇ ਪ੍ਰਭੂ ਦੀ ਮਹਾਨ ਕਿਰਪਾ ਹੋਈ ਇਹਨਾਂ ਦਾਸਾਂ ਦੇ ਦੁਆਰਾ, ਵਚਨਾਂ ਦੇ ਦੁਆਰਾ। ਹੁਣ ਮੇਰਾ ਬੱਚਾ ਜਿਹੜਾ ਪੂਰੀ ਤਰ੍ਹਾਂ ਜਿਹੜਾ ਕੰਮ ਸਿੱਖ ਚੁੱਕਾ। ਮੈਂ ਕਿਹਾ ਜਿੱਦਣ ਮੇਰਾ ਬੱਚਾ ਪੂਰਾ ਮੈਨੂੰ ਕੋਈ ਕਹੂਗਾ ਕਿ ਹੁਣ ਆਪੇ ਇਕੱਲਾ ਵਧੀਆ ਕੰਮ ਕਰ ਲੈਂਦਾ, ਮੈਂ ਉਸ ਦਿਨ ਗਵਾਹੀ ਦੇਵਾਂਗੀ। ਹੁਣ ਜਿਹੜੇ ਮੁੰਡੇ ਦੇ ਨਾਲ ਕੰਮ ਤੇ ਜਾਂਦਾ ਸੀ ਉਹ ਮੈਨੂੰ ਕਹਿੰਦਾ ਚਾਚੀ ਹੁਣ ਤੁਹਾਡਾ ਕੁਲਬੀਰ ਨੂੰ ਮੈਂ ਇੱਕੋ ਵਾਰੀ ਸਮਝਾਉਣਾ ਨਾ ਤੇ ਕੰਮ ਬਹੁਤ ਵਧੀਆ ਚੱਲਦਾ। ਮੈਂ ਉਹਨੂੰ ਕਹਿਣਾ ਕੁਲਬੀਰ ਇਹ ਸਾਡੇ ਸੰਤਾਂ ਦੀਆਂ ਦੁਆਵਾਂ ਵਾ ਤੇ ਸਾਡੇ ਪ੍ਰਭੂ ਦੀ ਕਿਰਪਾ ਵਾ ਕਿ ਜਿਹੜਾ ਪ੍ਰਭੂ ਨੇ ਤੈਨੂੰ ਇੰਨੀ ਬੁੱਧ ਦਿੱਤੀ ਆ ਕਿ ਲੋਕਾਂ ਨੂੰ ਕਹਿੰਦਾ ਮੈਂ ਮੱਥਾ ਮਾਰ ਹਟ ਜਾਣਾ ਨਾ, ਪਰ ਕਿਸੇ ਨੂੰ ਸਮਝ ਨਹੀਂ ਆਉਂਦੀ।
3 ਸਾਲ ਉਹਦੇ ਨਾਲ ਮੁੰਡੇ ਲਾ ਕੇ ਕੰਮ ਤੇ ਹਟ ਗਏ ਸੀ, ਜਿਹੜਾ ਕਿਸੇ ਨੇ ਵੀ ਕੰਮ ਨਹੀਂ ਸਿੱਖਿਆ। ਤੇ ਮੇਰੇ 10 ਸਾਲ ਦੀਆਂ ਦੁਆਵਾਂ ਔਰ ਮੇਰੇ ਪ੍ਰਭੂ ਦੀ ਕਿਰਪਾ ਸੀ ਕਿ 3 ਸਾਲਾਂ ਦੇ ਵਿੱਚ ਮੇਰੇ ਬੇਟੇ ਨੇ ਜਿਹੜਾ ਵਧੀਆ ਸੈਂਟਰੀ ਦਾ ਕੰਮ ਸਿੱਖ ਲਿਆ। ਮੈਂ ਇਸ ਮਹਾਨ ਕਿਰਪਾ ਵਾਸਤੇ ਆਪਣੇ ਦਾਸਾਂ ਦਾ ਜਿਹੜੇ ਸਾਨੂੰ ਵਧੀਆ ਸਿਖਾਉਂਦੇ ਔਰ ਆਪਣੇ ਪ੍ਰਭੂ ਦਾ ਦਿਲ ਤੋਂ ਧੰਨਵਾਦ ਕਰਦੀ ਹਾਂ। ਸਾਰੇ ਭੈਣ ਭਾਈਆਂ ਨੂੰ ਜੈ ਮਸੀਹ। ਹਾਲੇਲੂਇਆ। ਭੈਣ ਭਾਈ ਤੇ ਆਪ ਵੀ ਮਤਲਬ ਮੇਰਾ ਵੀ ਸਰਦਾਰ ਠੀਕ ਨਹੀਂ ਸੀ, ਇਹਨੂੰ ਬਹੁਤ ਉਲਟੀਆਂ ਆਉਂਦੀਆਂ ਸੀ। ਤੇ ਤੁਸੀਂ ਕਿਸ ਜਗ੍ਹਾ ਤੋਂ ਆਏ ਜੀ? ਆਪਾਂ ਹਰੀਆਂ ਤੋਂ ਆਏ, ਚਰਨੋਂ ਆਪਾਂ ਨਾ ਆਇਆ। ਤੁਹਾਡਾ ਨਾਮ ਚਰਨੋ ਆ। ਕੀ ਪ੍ਰੋਬਲਮ ਸੀ ਤੁਹਾਡੇ? ਤੇ ਆਪਾਂ ਉੱਥੇ ਵੇਲੀ ਬੈਠੇ ਰਹੇ ਤੇ ਮੁੜ ਕੇ ਇਹ ਉਹਨਾਂ ਨੂੰ ਕੁਛ ਨਹੀਂ ਸੀ ਭਜਦਾ। ਹਾਂ। ਮੁੜ ਕੇ ਜੱਸ ਤੇ ਕੁਲਦੀਪ ਤੇ ਉਹ ਦੂਜੀ ਆ ਭੈਣ ਸਾਡੇ ਘਰ ਚਲ ਗਈਆਂ। ਹਾਂ। ਇਹਨਾਂ ਦਵਾ ਕੀਤੀ ਤੇ ਮੇਰਾ ਸਰਦਾਰ ਠੀਕ ਹੋ ਗਿਆ। ਹਾਂ। ਠੀਕ ਹੋ ਗਿਆ ਤੇ ਕੁਲਦੀਪ ਆਂਦੀ ਆ ਵੀ ਜੋ ਵੀ ਰੱਖਾ ਰੁੱਖਾ ਤੁਸੀਂ ਲਾ ਦਿਓ। ਹਾਂ। ਤੇ ਵਹੁਟੀਓ ਤੁਸੀਂ ਰੱਖਾ ਲਾ ਦਿਓ ਤੇ ਵੀ ਜਿਸ ਤਰ੍ਹਾਂ ਤੁਹਾਡੀ ਮੰਮੀ ਕਰਦੀ ਇਸ ਤਰ੍ਹਾਂ ਤੁਸੀਂ ਕਰੋ। ਇਹ ਸਾਡੀ ਵਹੁਟੀ ਦੀ ਰੱਖ ਲਾ ਆਈ। ਮੁੜ ਕੇ ਮੈਨੂੰ ਕਰੇ ਵੀ ਦੀਦੀ ਤੂੰ ਰੱਖ ਪਾ ਲਾ, ਤੁਹਾਡਾ ਕੇਸ ਨਾ ਖਰਾਬ ਹੋ ਜੇ। ਦੀਦੀ ਤੂੰ ਰੱਖ ਪਾ ਲਾ, ਤੁਹਾਡਾ ਕੇਸ ਨਾ ਖਰਾਬ ਹੋ ਜੇ। ਮੈਂ ਆਖਿਆ ਕੁਲਦੀਪ ਪ੍ਰਭੂ ਤੇ ਵਿਸ਼ਵਾਸ ਹੈ, ਮੈਂ ਰੱਖ ਨਹੀਂ ਪਾਉਣੀ, ਮੈਂ ਨਹੀਂ ਪਾਉਣੀ ਵਹੁਟੀ ਨੂੰ ਰੱਖ। ਤੇ ਜਿੱਦਣ ਮੁੜ ਕੇ ਫਿਰ ਮੈਂ ਮੁੰਡੇ ਆਪਣੇ ਫੋਨ ਕੀਤਾ, ਦੂਰ ਗਿਆ ਡਿਊਟੀ ਤੇ, ਮੈਂ ਕਿਹਾ ਵੀ ਆ ਸ਼ੇਰੇ ਦੇ ਅਲਟਰਾਸਾਊਂਡ ਕਰਾ। ਉਹਨੂੰ ਬੜੇ ਜ਼ੋਰ ਨਾਲ ਮੈਂ ਮੰਗਵਾਇਆ, ਉਹਨੂੰ ਛੁੱਟੀ ਨਾ ਦਵੇ। ਉਹ ਸਰ ਉਹ ਆ ਗਿਆ, ਕਹਿੰਦਾ ਉਹਨੇ ਅਲਟਰਾਸਾਊਂਡ ਕਰਾਇਆ ਤੇ ਮੁੜ ਕੇ ਉਦੋਂ ਢਿੱਲੀ ਹੋ ਗਈ ਰਾਤ। ਮੈਨੂੰ ਮੇਰਾ ਕਾਕਾ ਕਹਿੰਦਾ ਵੀ ਮਾਤਾ ਤੂੰ ਰੱਖ ਲਾ, ਤੇ ਮੇਰੀ ਉੱਟੀ ਢਿੱਲੀ ਹੋ ਗਈ। ਮੈਂ ਕਿਹਾ ਚੱਲ ਪੁੱਤ ਰਾਤ ਕੱਢ ਤੇ ਦਿਨੇ ਮੈਂ ਰੱਖ ਪਵਾ ਦੂੰਗੀ। ਉਹ ਰਾਤ ਢਿੱਲੀ ਹੋ ਗਈ ਤੇ ਉਸੇ ਵਕਤ ਮੈਂ ਆਪਣੀ ਪ੍ਰਭੂ ਦੀ ਪ੍ਰਾਰਥਨਾ ਕੀਤੀ। ਚਲੋ ਸਾਡੇ ਸੰਤ ਵੀ ਪ੍ਰਾਰਥਨਾ ਕਰਦੇ, ਕਦੀ ਵੀ ਕਰਦੀ ਰਹੀ। ਮਤਲਬ ਘੰਟੇ ਵਿੱਚ ਆਪਾਂ ਲੈ ਕੇ ਕੇਸ ਉੱਥੇ ਮਜੀਠੇ ਲੈ ਆਂਦਾ। ਉਸੇ ਵਕਤ ਬਹੁਤ ਸੋਹਣਾ ਕੇਸ ਹੋਇਆ। ਪ੍ਰਭੂ ਦੀ ਬਹੁਤ ਮਹਾਨ ਕਿਰਪਾ ਹੋਈ ਆ। ਤੇ ਮਤਲਬ ਵੀ ਸਾਡਾ ਬੱਚਾ ਉਹ ਕਹਿ ਕਮਜ਼ੋਰ ਬੜਾ, ਤੇ ਕਮਜ਼ੋਰ ਤਾਂ ਨਾ ਕਹਤਾ ਮਸ਼ੀਨ ਚਲਾਉਣਾ। ਮੈਂ ਫੇਰ ਡਰ ਗਈ। ਮੈਂ ਕਿਹਾ ਪ੍ਰਭੂ ਹੁਣ ਮੇਰੇ ਕੋਲ ਕੋਈ ਪੈਸਾ, ਤੂੰ ਵੀ ਮੇਰੀ ਸਹਾਇਤਾ ਕਰ। ਪ੍ਰਭੂ ਨੇ ਮੇਰੀ ਸਹਾਇਤਾ ਕੀਤੀ। ਇਹਨਾਂ ਉੱਥੇ ਖੜਿਆ ਬੱਚਾ ਤੇ 11 ਵਜੇ ਖੜਿਆ ਤੇ 4 ਵਜੇ ਫੇਰ ਲੈਂਦਾ। ਬਿਲਕੁਲ ਬੱਚਾ ਠੀਕ ਠਾਕ। ਮੇਰੀ ਇਹੋ ਗਵਾਹੀ ਆ। ਪ੍ਰਭੂ ਤੇਰੀ ਬਹੁਤ ਮਹਾਨ ਕਿਰਪਾ ਸੰਤਾਂ ਦੀ, ਆਪਣੇ ਤੇ ਬਹੁਤ ਮਹਾਨ। ਆਪਾਂ ਤੇ ਇਹਨਾਂ ਦਾ ਵਿਸ਼ਵਾਸ ਕਰਨਾ। ਹਾਲੇਲੂਇਆ, 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 ਹਾਲੇਲੂਇਆ। ਇੱਕ ਵਾਰ ਹੋਰ, ਇੱਕ ਵਾਰ ਹੋਰ, ਇੱਕ ਵਾਰ ਹੋਰ। ਹਾਲੇਲੂਇਆ, ਇੱਕ ਵਾਰ ਫੇਰ ਹਾਲੇਲੂਇਆ। ਤਾਰੀਫ ਕਰੋ। ਹਾਲੇਲੂਇਆ, ਹਾਲੇਲੂਇਆ। ਤਾਰੀਫ ਕਰੋ ਸਭ ਜਨ, ਤਾਰੀਫ ਕਰੋ। ਹਾਂ ਹਾਂ, ਕੋਈ ਮਸ਼ੀਨ ਚਲਾਉਣ ਦੀ ਲੋੜ ਨਹੀਂ ਬਈ। ਮੰਮੀ ਵੀ ਠੀਕ ਆ, ਬੱਚਾ ਵੀ ਠੀਕ ਆ। ਵੈਰੀ ਗੁੱਡ, ਵੈਰੀ ਗੁੱਡ। ਨਹੀਂ ਲੱਗਣ ਦੇਗਾ ਹੁਣ ਮਸ਼ੀਨ 'ਚ ਸ਼ੈਤਾਨ ਹੀ ਲੱਗੇਗਾ, ਤੁਸੀਂ ਨਹੀਂ ਲੱਗਦੇ। ਤਾਰੀਫ ਕਰੋ ਪ੍ਰਭੂ ਦੀ ਜ਼ੋਰ ਦੇ ਨਾਲ। ਜਿਹੜਾ ਚਰਚ 'ਚ ਆ ਗਿਆ ਹੁਣ ਮਸ਼ੀਨ ਵਾਲਾ ਕੰਮ ਗਿਆ। ਵੇਖੋ ਮੇਰੇ ਭੈਣ ਭਰਾਵੋ, ਇਹ ਚਰਚ ਜੂੰਦੀ ਕਿਉਂ ਕਿਹਾ ਜਾਂਦਾ? ਕਿਉਂਕਿ ਇਹ 'ਚ ਹਰ ਕੰਮ ਆਪਾਂ ਬਾਈਬਲ ਦੇ ਦੁਆਰਾ ਕਰਦੇ ਆ। ਤੇ ਤੁਹਾਨੂੰ ਪਤਾ ਜਿਹੜੀ ਪ੍ਰੀਤ ਚੀਜ਼ ਪ੍ਰਭੂ ਦੇ ਮੂੰਹ 'ਚੋਂ ਨਿਕਲੀ ਆ, ਉਹਨੂੰ ਕੋਈ ਵੀ ਰੋਕ ਗਈ ਆ। ਬਸ ਮੈਨੂੰ ਜਦੋਂ ਸਿਸਟਰ ਗਵਾਹੀ ਬੋਲਣ ਦੀ, ਮੈਨੂੰ ਇੱਕ ਵਚਨ ਯਾਦ ਆਉਂਦਾ, ਜ਼ਬੂਰ 112 ਲਿਖਿਆ। ਉੱਥੇ ਕੀ ਲਿਖਿਆ ਮੈਨੂੰ ਚੇਤਾ ਭੁੱਲ ਗਿਆ ਵਚਨ ਹੀ। ਚਲੋ ਛੱਡੋ, ਮੈਂ ਬੋਲਣਾ ਹੀ ਨਹੀਂ, ਮੈਂ ਐਂਡ ਤੇ ਬੋਲਾਂਗਾ। ਹੁਣ ਵੱਡੇ ਸੰਤਾਂ ਦਾ ਟਾਈਮ ਹੈ। ਸਭ ਜਨ ਆਪਣੀ ਅੱਖਾਂ ਬੰਦ ਕਰਾਂਗੇ। ਪਾਸਟਰ ਦਿਲਬਾਗ ਦੇ ਨਾਲ ਪ੍ਰੇਅਰ ਕਰਾਂਗੇ ਅੱਜ ਦੇ ਵਚਨ ਲਈ। ਆ ਜਾਓ, ਆ ਜਾਓ ਅਗਲੀ ਸਾਈਡ 'ਤੇ ਆ ਜਾਓ ਬ੍ਰਦਰ ਜੀ, ਅੱਗੇ ਆ ਜਾਓ। ਜ਼ਬੂਰ 127 'ਚ ਲਿਖਿਆ, ਜਦ ਤੱਕ ਜਹਾਵਾ ਨਾ ਸ਼ਹਿਰ ਦੀ ਰਾਖੀ ਕਰੇ ਤੇ ਰਾਖੇ ਦਾ ਜਾਗਣਾ। ਰੱਖਾਂ ਪਾ ਕੇ ਵੀ ਰਾਤ ਨੂੰ ਫਿਰ ਹੋ ਜਾਂਦਾ ਕੰਮ ਖਰਾਬ। ਕੋਈ ਚੱਕਰ ਨਹੀਂ, ਹੁਣ ਪ੍ਰਭੂ ਦਾ ਹੱਥ ਆ। ਤੂੰ ਬਚ, ਤੇਰੇ ਨਾਲ ਬਸ ਅੜੇ ਤੇ ਖੜੇ ਰਹੋ। ਬਸ ਅੜੇ ਔਰ ਖੜੇ। ਤੇ ਵੇਖਿਓ ਸਾਰੀਆਂ ਹਰੀਆਂ ਕਿਦਾਂ ਰੇਲ ਬੰਦੀ ਉਹਨਾਂ ਦੀ, ਜਿੱਦਾਂ ਡੱਬੇ ਨਹੀਂ ਲੱਗੇ ਹੁੰਦੇ ਮਗਰ, ਜਿੱਦਾਂ ਡੱਬੇ ਲੱਗੇ ਹੁੰਦੇ ਨਾ, ਇੱਦਾਂ ਸਾਰੇ ਆਉਣੇ ਆ। ਇਹ ਬਹੁਤ ਸਾਰੇ ਥਾਵਾਂ ਤੇ ਕੀ ਖਰਾਬ ਡੇ ਕਰਨ ਮੈਨੂੰ। ਤਰਗੜ ਵਾਲੇ ਤੇ ਜ਼ਿਆਦਾ ਹੀ ਖਰਾਬ ਕਰਨ ਡੇ ਆ। ਇਹਨਾਂ ਨੇ ਵੀ ਸਿੱਧਾ ਕਰਨਾ ਹੁਣ ਮੈਂ 12 ਤੇ 2 ਦੇ ਵਿੱਚ। ਵੇਖ ਕਿਦਾਂ ਚੁੱਕ ਚੁੱਕ ਕੇ ਪ੍ਰਭੂ ਦੇ ਦੂਤ ਲਿਆਉਂਦੇ ਇਹਨਾਂ ਨੂੰ। ਹਾਂਜੀ, ਪ੍ਰੇਅਰ ਕਰਾਂਗੇ ਪਾਸਟਰ ਜੀ ਦੇ ਨਾਲ। ਸਭ ਜਨ ਆਪਣੀ ਅੱਖਾਂ ਬੰਦ ਕਰੋ, ਤਿਆਰ ਕਰੋ ਆਪਣੇ ਆਪ ਨੂੰ ਵਚਨ ਦੇ ਲਈ। ਕਿਸੇ ਦੀ ਅੱਖ ਖੁੱਲੀ ਨਾ ਰਹੇ। ਧੰਨਵਾਦ ਜੀਸਸ। ਕਿਉਂਕਿ ਹਾਲੇਲੂਇਆ। ਰਿਬਾ ਸ਼ਿੰਤਾ ਪ੍ਰਭੂ ਦੀ ਹਜ਼ੂਰੀ ਮੌਜੂਦ ਹੈ। ਸ਼ਿਫਾ 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 ਸ਼ਿਫਾ। ਉਹ ਆਪਣੀ ਮੰਡਲੀ 'ਚ ਖੜੋਤੇ ਹੈ। ਮੱਤੀ 28 ਵਿੱਚ ਪ੍ਰਭੂ ਨੇ ਕਿਹਾ, ਮੈਂ ਯੁੱਗਾਂ ਦੇ ਅੰਤ ਤੱਕ ਹਰ ਵੇਲੇ ਤੁਹਾਡੇ ਨਾਲ ਹੈ। ਪਵਿੱਤਰ 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 ਪਵਿੱਤਰ
ਪਵਿੱਤਰ ਸਰਵ ਸ਼ਕਤੀਮਾਨ ਪਰਮੇਸ਼ਵਰ, ਅਸੀਂ ਤੁਹਾਡੇ ਵੈਲਕਮ ਕਰਦੇ, ਤੁਹਾਡਾ ਸਵਾਗਤ ਕਰਦੇ, ਤੁਹਾਡੇ ਹਜ਼ੂਰੀ ਵਿੱਚ ਅਸੀਂ ਤੁਹਾਡੇ ਧੰਨਵਾਦ। ਅਸੀਂ ਜੋ ਕੁਝ ਵੀ ਕੀਤਾ ਤੁਹਾਡੀ ਮਰਜ਼ੀ ਨਾਲ ਕੀਤਾ, ਤੁਹਾਡੀ ਇੱਛਾ ਨਾਲ ਕੀਤਾ। ਹੁਣ ਜੋ ਕੁਝ ਵੀ ਕਰਨ ਜਾ ਰਹੇ ਹਾਂ ਉਹ ਵੀ ਤੁਹਾਡੀ ਮਰਜ਼ੀ ਨਾਲ। ਜਿਹੜਾ ਵਚਨ ਤੁਹਾਡੇ ਵੱਲੋਂ ਆ ਰਿਹਾ ਉਹ ਤੁਹਾਡੀ ਲਿਖਤ ਆ, ਤੁਹਾਡੇ ਆਤਮਾ ਤੋਂ ਲਿਖੀ ਗਈ। ਬੋਲਣ ਵਾਲੇ ਨੂੰ ਤੁਹਾਡੇ ਯੋਰਾਵਰ ਹੱਥ ਵਿੱਚ ਦੇਣੀ। ਆਪਣੇ ਦਾਸ ਦਾ ਮੂੰਹ ਬਣ ਕੇ ਬੋਲੋ ਕਿ ਸੁਣਨ ਵਾਲਿਆਂ ਦੇ ਵੱਡੀ ਕਿਰਪਾ ਜੀ। ਇਹ ਵਚਨ ਦੇ ਦੁਆਰਾ ਇਹ ਲੋਕ ਸਵਰਗ ਰਾਜ ਦੇ ਤਿਆਰ ਹੋ ਜਾਣੇ ਸ਼ਮਸ ਦੇ ਨਾਂ 'ਚ। ਕਿਰਪਾ ਕਰਨ ਵਾਲੇ ਪਰਮੇਸ਼ਵਰ ਤੁਹਾਡਾ ਧੰਨਵਾਦ ਕਰੋ, ਰਹਿਮ ਕਰੋ ਔਰ ਬਰਕਤ ਕਰੋ। ਤੁਹਾਡਾ ਸ਼ੁਕਰ ਹੋ ਯਿਸੂ ਦੇ ਨਾਮ ਵਿੱਚ ਆਮੀਨ 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 ਆਮੀਨ। ਵੀਡੀਓ ਘੰਟੇ ਵਿੱਚ ਬੇਟਾ ਥੱਲੇ ਕਰੋ, ਸਾਰੇ ਥੱਲੇ ਕਰੋ। ਇਹ ਦੋ ਜਣੇ ਉੱਪਰ ਜਿਹੜੇ ਬੱਚੇ ਲਾਣੇ ਦੋ ਉੱਪਰ, ਬਾਕੀ ਸਭ ਨੀਚੇ ਜਾਓ। ਬਾਕੀ ਕੀ ਆਖਰੀ